ਪੰਜਾਬ ਵਿੱਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ ਨਹੀਂ ਪਾਈ ਜਾ ਸਕੀ, ਸਗੋਂ ਦੋ ਸਰਕਾਰਾਂ ਇਹਦੇ ਵਿੱਚ ਰੁੜ ਗਈਆਂ। ਅਸੀਂ ਪੰਜਾਬੀ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਦਾ ਵਾਸਤਾ ਪਾਉਂਦੇ ਰਹੇ, ਪਰ ਹੁਣ ਇਸ ਚੱਕਰ ਵਿੱਚ ਸਾਡੀਆਂ ਫਸਦੀਆਂ ਜਾ ਰਹੀਆਂ ਕੁੜੀਆਂ ਪਿਛਲੇ ਸਮੇਂ ਦੌਰਾਨ ਨਸ਼ੇੜੀ ਕੁੜੀਆਂ ਦੀਆਂ ਵਾਇਰਲ ਹੋਈਆਂ ਵੀਡੀਓਜ਼ ਨੇ ਪੰਜਾਬੀਆਂ ਨੂੰ ਕਲੰਕਿਤ ਕੀਤਾ ਹੈ। 2 ਦਿਨ ਪਹਿਲਾਂ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਲਾਹਨਤ ਪਾਈ ਗਈ ਕਿ ਨਕਲੀ ਸ਼ਰਾਬ ਦਾ ਕਾਰੋਬਾਰ ਰੋਕਿਆ ਨਹੀਂ ਜਾ ਸਕਿਆ, ਸਗੋਂ ਇਹਦੇ ਨਾਲ ਗਰੀਬ ਮਜ਼ਦੂਰ ਜਿਹੜੇ ਆ ਉਹ ਪੀ ਪੀ ਕੇ ਮਰਦੇ ਰਹੇ। ਪੰਜਾਬ ਵਿੱਚ ਨਸ਼ਿਆਂ ਵੱਲ ਕੁੜੀਆਂ ਕਿਉਂ ਧੱਕੀਆਂ ਜਾ ਰਹੀਆਂ ਜਾਂ ਕੁੜੀਆਂ ਇਸ ਪਾਸੇ ਕਿਉਂ ਲੱਗੀਆਂ, ਅਸੀਂ ਅੱਜ ਗੱਲ ਕਰਾਂਗੇ ਡਾਕਟਰ ਸੰਦੀਪ ਭੋਲਾ ਨਾਲ। ਡਾਕਟਰ ਸੰਦੀਪ ਭੋਲਾ ਜਿਹੜੇ ਐਡਿਕਸ਼ਨ ਸਾਈਕੈਟ੍ਰਿਕ ਸੁਸਾਇਟੀ ਆਫ ਇੰਡੀਆ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਕੇ ਆਏ ਆ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਥੈਂਕ ਯੂ, ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪਿਆਰੇ ਦਰਸ਼ਕੋ, ਤੁਹਾਡਾ ਵੀ ਸਵਾਗਤ। ਕਮਲਜੀਤ ਸਿੰਘ ਬਣਵੈਤ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ। ਡਾਕਟਰ ਸਾਹਿਬ ਇਹ ਦੱਸਿਓ, ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਮੁੰਡੇ ਤਾਂ ਨਸ਼ਿਆਂ ਦੀ ਦਲਦਲ 'ਚ ਫਸੇ ਹੋਏ ਸੀਗੇ, ਹੁਣ ਕੁੜੀਆਂ ਵੀ ਜਾਣ ਲੱਗ ਪਈਆਂ। ਪਿਛਲੀ ਸਰਕਾਰ ਨੇ ਕਪੂਰਥਲਾ ਵਿੱਚ ਇੱਕ ਔਰਤਾਂ ਲਈ ਨਸ਼ਾ ਛੁਡਾਊ ਕੇਂਦਰ ਖੋਲ੍ਹਿਆ ਸੀਗਾ। ਉਹ ਨਸ਼ਾ ਛੁਡਾਊ ਕੇਂਦਰ ਜਿਹੜਾ ਹੁਣ ਹਵਾ ਵਿੱਚ ਆ, ਹਵਾ ਵਿੱਚ ਕਿਉਂ ਚਲਾ ਗਿਆ, ਥੋੜ੍ਹਾ ਉਹਦੀ ਤੁਸੀਂ ਕਾਰਨ ਦੱਸੋ, ਕਿਉਂਕਿ ਤੁਸੀਂ ਉਸ ਜਿਹੜਾ ਕੇਂਦਰ ਹੈ ਉਹਦੇ ਇੰਚਾਰਜ ਰਹੇ ਹੋ ਜੀ। ਜੀ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗਾ ਕਿ ਅਸੀਂ ਜਿਹੜਾ ਇਹ ਕੁੜੀਆਂ ਦਾ ਨਸ਼ਾ ਛੁਡਾਊ ਕੇਂਦਰ ਹੈ ਉਹ 2017 ਵਿੱਚ ਸ਼ੁਰੂ ਕੀਤਾ ਸੀ ਜੀ। ਔਰ ਉਹਦਾ ਕਾਰਨ ਇਹ ਸੀ ਕਿ 2014 ਦਾ ਇੱਕ ਆਲ ਇੰਡੀਆ ਏਮਸ ਔਰ ਮਿਨਿਸਟਰੀ ਆਫ ਸੋਸ਼ਲ ਜਸਟਿਸ ਦਾ ਇੱਕ ਸਰਵੇ ਆਇਆ ਸੀ, ਜਿਹਦੇ ਅਕੋਰਡਿੰਗਲੀ ਜਿਹੜੇ ਪੰਜਾਬ ਵਿੱਚ ਜਿਹੜੀਆਂ ਓਪੀਆਇਡਸ ਦਾ ਜਿਹੜਾ ਫੀਮ, ਭੁੱਕੀ, ਡੋਡੇ, ਇਹ ਇਸ ਤਰ੍ਹਾਂ ਹੈਰੋਇਨ ਵਗੈਰਾ ਦਾ ਨਸ਼ਾ ਕਰਨ ਵਾਲੀਆਂ ਕੋਈ 10,000 ਦੇ ਆਸ-ਪਾਸ ਲੜਕੀਆਂ ਉਸ ਟਾਈਮ ਵੀ ਮੌਜੂਦ ਸੀ। ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਇਹ ਜਿਹੜਾ ਨਸ਼ਾ ਛੁਡਾਊ ਕੇਂਦਰ ਜਿਹੜਾ ਹੈ ਇਹ ਕਪੂਰਥਲਾ ਵਿੱਚ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਇਹ ਸੈਂਟਰ ਜਿਹੜਾ ਚੱਲਦਾ ਰਿਹਾ ਹੈ ਔਰ ਹੁਣ ਵੀ ਇਹ ਸੈਂਟਰ ਹਜੇ ਵੀ ਸਟਿਲ ਚੱਲ ਰਿਹਾ ਹੈ, ਇਹ ਬੰਦ ਨਹੀਂ ਹੋਇਆ। ਮੈਂ ਉਹਦੇ ਵਿੱਚ ਥੋੜੀ ਜਿਹੀ ਕਲੈਰੀਫਾਈ ਕਰਨਾ ਚਾਹਾਂਗਾ ਕਿ 2019 ਦੇ ਵਿੱਚ ਅਸੀਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ ਕਿ ਜਿਹੜਾ ਆਊਟਰੀਚ ਪ੍ਰੋਗਰਾਮ ਸੀ ਲੜਕੀਆਂ ਦੇ ਵਾਸਤੇ, ਕਿ ਜਿਹਦੇ ਵਿੱਚ ਕਿ ਆਮ ਤੌਰ ਤੇ ਲੜਕੀਆਂ ਜਿਹੜੀਆਂ ਉਹ ਬਿਕੋਜ਼ ਆਫ ਸਟਿਗਮਾ ਜਾਂ ਹੋਰ ਬੜੇ ਸਾਰੇ ਇਸ਼ੂਜ਼ ਹੈ, ਬੜੀਆਂ ਸਾਰੀਆਂ ਪ੍ਰੋਬਲਮਸ ਹੈ, ਜਿਹਦੇ ਕਰਕੇ ਲੜਕੀਆਂ ਬਹੁਤ ਜਲਦੀ ਸਾਹਮਣੇ ਨਹੀਂ ਆ ਪਾਉਂਦੀਆਂ ਜਾਂ ਇਲਾਜ ਵਾਸਤੇ ਸਾਹਮਣੇ ਨਹੀਂ ਆ ਸਕਦੀਆਂ। ਸੋ ਉਹਨਾਂ ਵਾਸਤੇ ਇੱਕ ਆਊਟਰੀਚ ਪ੍ਰੋਜੈਕਟ ਅਸੀਂ ਸ਼ੁਰੂ ਕੀਤਾ ਸੀ ਕਿ ਜਿਹੜਾ ਕਿ ਦਸੰਬਰ 2020 ਵਿੱਚ ਉਸ ਜਿਹੜੀ ਆਰਗੇਨਾਈਜੇਸ਼ਨ ਦੀ ਫੰਡਿੰਗ ਖਤਮ ਹੋਣ ਕਰਕੇ ਉਹ ਬੰਦ ਹੋ ਗਿਆ। ਅੱਛਾ ਜੀ। ਉਸ ਦੇ ਵਿੱਚ ਇਹ ਸੀਗਾ ਕਿ ਲੜਕੀਆਂ ਨੂੰ ਜਿਹੜਾ ਉਹ ਮੋਟੀਵੇਟ ਕਰਕੇ, ਕਾਉਂਸਲਿੰਗ ਕਰਕੇ ਉਹਨਾਂ ਨੂੰ ਹਸਪੀਟਲ ਤੱਕ ਲੈ ਕੇ ਆਉਣਾ ਔਰ ਹਸਪੀਟਲ ਦੀਆਂ ਸਰਵਿਸਿਜ਼ ਨਾਲ ਉਹਨਾਂ ਨੂੰ ਲਿੰਕ ਕਰਾਉਣਾ। ਔਰ ਉਹਦੇ ਵਿੱਚ ਕੋਈ 250 ਦੇ ਆਸ-ਪਾਸ ਜਿਹੜੀਆਂ ਲੜਕੀਆਂ ਸਾਡੇ ਕੋਲ ਰਜਿਸਟਰਡ ਹੋਈਆਂ ਵੀ। ਸੋ ਉਸ ਤੋਂ ਬਾਅਦ ਫਿਰ ਕੋਵਿਡ ਆ ਗਿਆ। ਕੋਵਿਡ ਤੋਂ ਬਾਅਦ ਹੋਰ ਬੜੇ ਸਾਰੇ ਇਸ਼ੂਜ਼ ਆਉਂਦੇ ਰਹੇ ਕਿ ਜਿਹਦੇ ਕਰਕੇ ਉਹ ਪ੍ਰੋਜੈਕਟ ਉਸ ਤੋਂ ਬਾਅਦ ਰਿਵਾਈਵ ਨਹੀਂ ਹੋ ਸਕਿਆ। ਸੋ ਜਿਹੜੀਆਂ ਲੜਕੀਆਂ ਦੀ ਹੁਣ ਅਸੀਂ ਗੱਲ ਕਰ ਰਹੇ ਹਾਂ ਤਾਂ ਮੈਂ ਉਹ ਦੱਸਣਾ ਚਾਹਾਂਗਾ ਕਿ ਇਹ ਲੜਕੀਆਂ ਕੋਈ ਨਵੀਆਂ ਨਹੀਂ ਹੈ, ਕੋਈ ਏਦਾਂ ਨਹੀਂ ਹੈ ਕਿ ਹੁਣੇ ਹੀ ਇਹਨਾਂ ਨੇ ਨਸ਼ਾ ਕਰਨਾ ਸ਼ੁਰੂ ਕਰਤਾ ਹੈ। ਸਿਰਫ ਇਹ ਹੈ ਕਿ ਇਹ ਸਾਹਮਣੇ ਹੁਣ ਆਉਣੀਆਂ ਸ਼ੁਰੂ ਹੋਈਆਂ, ਜਿਹਨੂੰ ਅਸੀਂ ਹਿਡਨ ਪੋਪੂਲੇਸ਼ਨ ਕਹਿੰਦੇ ਹਾਂ, ਕਿ ਉਹ ਸਾਹਮਣੇ ਜਾਂ ਤਾਂ ਉਹ ਲੋਕ ਜਿਹੜੇ ਸਾਡੀਆਂ ਸਰਵਿਸਿਜ਼ ਅਵੇਲ ਕਰਨ ਵਾਸਤੇ ਆ ਨਹੀਂ ਪਾਉਂਦੇ ਜਾਂ ਅਸੀਂ ਆਪਣੀਆਂ ਸਰਵਿਸਿਜ਼ ਉਹਨਾਂ ਤੱਕ ਪਹੁੰਚਦੀਆਂ ਨਹੀਂ ਕਰ ਸਕਦੇ। ਸੋ ਇਸ ਵਾਸਤੇ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਉਹ ਹਜੇ ਫਿਲਹਾਲ ਇਸ ਟਾਈਮ ਬੰਦ ਹੈ, ਪਰ ਉਮੀਦ ਕਰਦੇ ਹਾਂ ਕਿ ਇਹ ਇਸ ਤਰ੍ਹਾਂ ਦਾ ਪ੍ਰੋਜੈਕਟ ਜਿਹੜਾ ਹੈ, ਕਿਉਂਕਿ ਇਹਦਾ ਉਹਨੂੰ ਪੂਰੀ ਸਟੇਟ ਵਿੱਚ ਲਾਗੂ ਕਰਨ ਦਾ ਪਲਾਨ ਸੀਗਾ ਔਰ ਪੂਰੇ ਕੰਟਰੀ ਦੇ ਵਿੱਚ ਉਸ ਤੋਂ ਬਾਅਦ। ਸੋ ਇਸ ਨੂੰ ਇਸੇ ਤਰ੍ਹਾਂ ਹੀ ਨਾਲ ਰਿਵਾਈਵ ਕਰਕੇ ਦੁਬਾਰਾ ਚਲਾਇਆ ਜਾ ਸਕੇ ਤਾਂ ਇਹਦੇ ਨਾਲ ਬਹੁਤ ਇਹੋ ਜਿਹੀਆਂ ਹਿਡਨ ਪੋਪੂਲੇਸ਼ਨਸ ਨੂੰ ਬਹੁਤ ਜ਼ਿਆਦਾ ਮਦਦ ਮਿਲ ਸਕਦੀ। ਇੱਕ ਇਸ ਵੇਲੇ ਪੰਜਾਬ 'ਚ ਜਿਵੇਂ ਤੁਸੀਂ ਕਿਹਾ ਸੀ ਕਿਸੇ ਵੇਲੇ 2014 ਵਿੱਚ ਕੋਈ 10-12 ਹਜ਼ਾਰ ਗਿਣਤੀ ਸੀਗੀ, ਇਸ ਵੇਲੇ ਗਿਣਤੀ ਕਿੰਨੀ ਕੁ ਹੋ ਗਈ ਜਿਹੜੀ ਲੜਕੀਆਂ ਨਸ਼ਾ ਕਰ ਰਹੀਆਂ ਪੰਜਾਬ ਵਿੱਚ? ਦੇਖੋ ਏਦਾਂ, ਜੇ ਅਸੀਂ ਉਸ ਟਾਈਮ ਦਾ ਡਾਟਾ ਵੀ ਲੈ ਕੇ ਚੱਲੀਏ ਤਾਂ ਉਸ ਟਾਈਮ ਤੇ ਇਹ ਕਿਹਾ ਜਾਂਦਾ ਸੀ ਕਿ 1% ਦੇ ਜਿਹੜੀਆਂ ਨਸ਼ਾ ਕਰਨ ਵਾਲੇ ਵਿਅਕਤੀ ਹੈ ਉਹਨਾਂ ਵਿੱਚੋਂ 1% ਜਿਹੜੀਆਂ ਲੜਕੀਆਂ ਹੈ। ਸੋ ਅੱਜ ਦੀ ਜਿਹੜੀ ਨੈਸ਼ਨਲ ਡਾਟਾ ਜਾਂ ਜਿਹੜਾ
ਇੰਟਰਨੈਸ਼ਨਲ ਸਰਵੇ ਸੁਜੈਸਟ ਕਰਦੇ ਆ ਕਿ 2 ਤੋਂ 5% ਤੱਕ ਲੜਕੀਆਂ ਜਿਹੜੀਆਂ ਉਹ ਇਸ ਪੋਪੂਲੇਸ਼ਨ ਦੀਆਂ ਨਸ਼ਾ ਕਰਦੀਆਂ ਆਮ ਤੌਰ ਤੇ ਹੁੰਦੀਆਂ। ਸੋ ਉਸ ਹਿਸਾਬ ਨਾਲ ਜੇ ਅਸੀਂ 2019 ਦਾ ਸਰਵੇ ਦੇਖੀਏ ਤਾਂ 40 ਲੱਖ ਦੇ ਆਸ-ਪਾਸ ਪੂਰੇ ਵਿਅਕਤੀ ਜਿਹੜੇ ਆ ਪੰਜਾਬ ਦੇ ਵਿੱਚ ਨਸ਼ਾ ਕਰਦੇ ਆ। ਸੋ ਉਹਨਾਂ ਦੇ ਅਕੋਰਡਿੰਗਲੀ ਅਸੀਂ 1% ਲਾ ਕੇ ਚੱਲੀਏ ਤਾਂ ਕੋਈ 40,000 50,000 ਦੇ ਆਸ-ਪਾਸ ਲੜਕੀਆਂ ਡੈਫੀਨੇਟਲੀ ਹੋਣਗੀਆਂ ਕਿ ਜਿਹੜੀਆਂ ਨਸ਼ਾ ਕਰਦੀਆਂ, ਔਰ ਉਹਨਾਂ ਨੂੰ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ, ਜਿਨ੍ਹਾਂ ਵਾਸਤੇ ਸਾਨੂੰ ਸਰਵਿਸਿਜ਼ ਸ਼ੁਰੂ ਕਰਨੀਆਂ ਚਾਹੀਦੀਆਂ। ਜੀ ਡਾਕਟਰ ਸਾਹਿਬ, ਇੱਕ ਮੈਂ ਪਿੱਛੇ ਰਿਪੋਰਟ ਪੜ੍ਹੀ ਸੀਗੀ, ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਜਿਹੜੀਆਂ ਮੁੰਡੇ ਆ ਉਹ ਸ਼ੁਰੂ ਕਰਦੇ ਆ ਸ਼ਰਾਬ ਤੋਂ, ਫਿਰ ਤੰਬਾਕੂ ਤੋਂ ਭੰਗ, ਫਿਰ ਹੈਰੋਇਨ ਤੇ ਪਹੁੰਚ ਜਾਂਦੇ ਆ, ਜਿਹਨੂੰ ਫਿਰ ਸਿੰਥੈਟਿਕ ਨਸ਼ਾ ਹੋ ਜਾਂਦਾ। ਕੀ ਲੜਕੀਆਂ ਵੀ ਇਹ 5 ਤਰ੍ਹਾਂ ਦੇ ਜਿਹੜੇ ਨਸ਼ੇ ਉਹਨਾਂ ਦਾ ਸੇਵਨ ਕਰਦੀਆਂ? ਦੇਖੋ, ਟਾਈਮ ਦੇ ਨਾਲ ਇਹ ਸਿਨੈਰੀਓ ਵੀ ਚੇਂਜ ਹੋ ਗਿਆ। ਬਹੁਤ ਸਾਰੇ ਲੜਕੇ ਐਸੇ, ਜਿਸ ਤਰ੍ਹਾਂ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਸੌਫਟ ਡਰੱਗਸ ਤੋਂ ਹਾਰਡ ਡਰੱਗਸ ਵੱਲ ਨੂੰ ਲੜਕੇ ਜਾਂਦੇ ਆ, ਔਰ ਹੌਲੀ ਹੌਲੀ ਇਸ ਤਰ੍ਹਾਂ ਉੱਪਰ ਜਿਹੜਾ ਪ੍ਰੋਗਰੈਸ ਕਰਦੇ ਆ। ਪਰ ਲੜਕੀਆਂ ਦੇ ਵਿੱਚ ਵੀ ਇਹ ਸਿਨੈਰੀਓ ਪੂਰੀ ਤਰ੍ਹਾਂ ਨਾਲ ਚੇਂਜ ਹੋ ਚੁੱਕਾ ਹੈ। ਬਹੁਤ ਸਾਰੇ ਲੜਕੇ ਐਸੇ ਆਉਂਦੇ ਕਿ ਜਿਨ੍ਹਾਂ ਨੇ ਪਹਿਲਾਂ ਕੋਈ ਨਸ਼ਾ ਨਹੀਂ ਕੀਤਾ ਸੀ, ਸਿਰਫ ਉਹ ਸਟਾਰਟ ਹੀ ਹੈਰੋਇਨ ਤੋਂ ਕੀਤਾ ਜਾਂ ਚਿੱਟੇ ਤੋਂ ਕੀਤਾ। ਸੋ ਲੜਕੀਆਂ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਸਿਨੈਰੀਓ ਹੈ ਕਿ ਜਿਹੜੇ ਜ਼ਰੂਰੀ ਨਹੀਂ ਹੈ ਕਿ ਇਹਨਾਂ ਨਸ਼ਿਆਂ ਤੋਂ ਕਰਦੇ ਕਰਦੇ ਅੱਗੇ ਵਧੀਆਂ। ਉਹ ਕਾਫੀ ਸਾਰੀਆਂ ਲੜਕੀਆਂ ਹੈ ਕਿ ਜੇ ਡਾਇਰੈਕਟਲੀ ਜਿਹੜਾ ਚਿੱਟੇ ਤੋਂ ਹੀ ਉਹਨਾਂ ਨੇ ਸ਼ੁਰੂ ਕੀਤਾ ਨਸ਼ਾ ਕਰਨਾ। ਡਾਕਟਰ ਸਾਹਿਬ, ਜਿਹੜਾ ਤੁਹਾਡਾ ਇਹ ਪ੍ਰੋਜੈਕਟ ਆ ਇਹ ਅੱਗੇ ਨਹੀਂ ਤੁਰ ਸਕਿਆ, ਤੁਸੀਂ ਕਿਹਾ ਕਿ ਇੱਕ ਤਾਂ ਫੰਡਿੰਗ ਖਤਮ ਹੋ ਗਈ, ਹੋਰ ਸਰਕਾਰ ਦੀ ਢਿੱਲਮਿੱਠ ਕਿੱਥੇ ਰਹੀ ਆ ਜੀ? ਇਹਦੇ ਵਿੱਚ ਸਰਕਾਰ ਵੱਲੋਂ ਢਿੱਲ ਨਹੀਂ ਮੈਂ ਕਹਾਂਗਾ, ਕਿਉਂਕਿ ਇਹ ਫੰਡਿੰਗ ਜਿਹੜੀ ਸੀ ਇੱਕ ਆਰਗੇਨਾਈਜੇਸ਼ਨ ਵੱਲੋਂ ਸੀਗੀ, ਔਰ ਕਿਉਂਕਿ ਉਸ ਤੋਂ ਬਾਅਦ 2020 ਵਿੱਚ ਜਦੋਂ ਇਹ ਦੁਬਾਰਾ ਰਿਵਾਈਵ ਕਰਨ ਦੀ ਗੱਲ ਸ਼ੁਰੂ ਹੋਈ ਤਾਂ ਉਸ ਤੋਂ ਬਾਅਦ ਜਿਹੜੇ ਕੋਵਿਡ ਸੈਕੰਡ ਵੇਵ ਸਟਾਰਟ ਹੋ ਗਈ, ਕਾਫੀ ਟਾਈਮ ਤੱਕ ਉਹ ਚੱਲਦਾ ਰਿਹਾ। ਫਿਰ ਉਸ ਤੋਂ ਬਾਅਦ ਹੋਰ ਸਾਰੇ ਬੜੇ, ਉਸ ਤੋਂ ਬਾਅਦ ਫਿਰ ਇਲੈਕਸ਼ਨ ਦਾ ਦੌਰ ਆ ਗਿਆ, ਫਿਰ ਉਸ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਗਿਆ, ਫਿਰ ਉਸ ਤੋਂ ਬਾਅਦ ਨਵੀਂ ਸਰਕਾਰ ਆ ਗਈ। ਸੋ ਸਰਕਾਰ ਦੀ ਢਿੱਲ ਮੱਠ ਨਹੀਂ ਹੈ, ਸਿਰਫ ਇਹ ਹੈ ਕਿ ਅਸੀਂ ਇਸ ਪ੍ਰੋਜੈਕਟ ਨੂੰ ਜਿਹੜਾ ਰਿਵਾਈਵ ਕਰਨ ਦੇ ਵਾਸਤੇ ਅਸੀਂ ਆਪਣੇ ਵੱਲੋਂ ਐਫਰਟਸ ਕਰ ਰਹੇ ਹਾਂ। ਤਾਂ ਕਿਉਂਕਿ ਇਸ ਚੀਜ਼ ਤੇ ਹਜੇ ਨਵੀਂ ਸਰਕਾਰ ਵੱਲੋਂ ਕੋਈ ਡਿਸਕਸ਼ਨ ਨਹੀਂ ਹੋਈ ਜਾਂ ਹਜੇ ਉਸ ਕਨਵੇ ਨਹੀਂ ਹੋ ਪਾਇਆ। ਸੋ ਉਮੀਦ ਹੈ, ਕਿਉਂਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਹੈ ਬਹੁਤ ਲਾਭਵੰਦ ਹੈ ਆਮ ਲੋਕਾਂ ਵਾਸਤੇ, ਜਨਤਾ ਵਾਸਤੇ। ਸੋ ਉਮੀਦ ਕਰ ਸਕਦੇ ਹਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਲਦੀ ਹੀ ਰਿਵਾਈਵ ਕਰਕੇ ਇਹਨੂੰ ਸ਼ੁਰੂ ਕਰ ਲਿਆ ਜਾਏਗਾ। ਡਾਕਟਰ ਭੋਲਾ, ਕਿਹਾ ਜਾਂਦਾ ਕਿ ਜਿਹੜੇ ਨੌਜਵਾਨ ਆ ਉਹ ਬੇਰੁਜ਼ਗਾਰ ਆ ਤਾਂ ਨਸ਼ੇ ਵਾਲੇ ਪਾਸੇ ਨੂੰ ਚਲ ਜਾਂਦੇ ਆ, ਪਰ ਕੁੜੀਆਂ ਦੀ ਕੀ ਵਜ੍ਹਾ ਆ ਜੀ? ਕਿਸ ਕਰਕੇ ਇਸ ਪਾਸੇ ਚਲ ਜਾਂਦੀਆਂ? ਦੇਖੋ, ਲੜਕੀਆਂ ਦੀਆਂ ਜਦੋਂ ਅਸੀਂ ਇਸ ਫੀਲਡ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਦੋਂ ਲੜਕੀਆਂ ਇਹਨਾਂ ਨਾਲ ਡੀਲ ਕਰਨਾ ਸ਼ੁਰੂ ਕੀਤਾ, ਗੱਲਬਾਤ ਕਰਨੀ ਸ਼ੁਰੂ ਕੀਤੀ, ਤਾਂ ਉਹਦੇ ਵਿੱਚ ਸਾਹਮਣੇ ਆਇਆ ਕਿ ਲੜਕੀਆਂ ਦੇ ਇਸ਼ੂਜ਼ ਜਿਹੜੇ, ਕੰਸਰਨਸ ਜਿਹੜੇ ਹੈ, ਉਹ ਮੁੰਡਿਆਂ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਹੈ, ਬਹੁਤ ਜ਼ਿਆਦਾ ਅਲੱਗ ਤਰ੍ਹਾਂ ਦੇ ਹੈ। ਜਿਸ ਤਰ੍ਹਾਂ ਮੈਂ ਕਹਾਂ ਕਿ ਲੜਕੀਆਂ ਨਸ਼ਾ ਕਰਨ ਦੇ ਵਾਸਤੇ ਆਪਣੇ ਮੇਲ ਪਾਰਟਨਰ ਤੇ ਡਿਪੈਂਡ ਕਰਦੀਆਂ ਕਿ ਜਦੋਂ ਜਿਹਦਾ ਕੋਈ ਬॉयਫ੍ਰੈਂਡ ਹੈ, ਕਿਸੇ ਦਾ ਹਸਬੈਂਡ ਹੈ, ਉਹ ਨਸ਼ਾ ਕਰਦਾ ਪਿਆ ਤਾਂ ਉਹ ਉਹਦੇ ਇਨਫਲੂਐਂਸ ਦੇ ਥੱਲੇ ਆ ਕੇ ਤਾਂ ਨਸ਼ੇ ਦੇ ਵਿੱਚ ਲੱਗ ਜਾਂਦੀਆਂ। ਸੋ ਇਸ ਕਰਕੇ ਜਿਹੜੀਆਂ ਇਸ ਤਰ੍ਹਾਂ ਦੀ ਪ੍ਰੋਬਲਮਸ ਉਹਨਾਂ ਵਾਸਤੇ ਸ਼ੁਰੂ ਹੋ ਜਾਂਦੀਆਂ। ਔਰ ਉਹਦੇ ਨਾਲ ਇਹ ਵੀ ਹੈ ਕਿ ਜਦੋਂ ਉਹ ਨਸ਼ਾ ਛੱਡਣਾ ਹੈ ਜਾਂ ਨਸ਼ੇ ਦਾ ਇਲਾਜ ਕਰਵਾਉਣਾ ਹੈ, ਉਹ ਫਿਰ ਉਸ ਮੇਲ ਪਾਰਟਨਰ ਤੇ ਡਿਪੈਂਡੈਂਟ ਹੁੰਦੀਆਂ। ਸੋ ਇਸ ਵਾਸਤੇ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਲੜਕੀਆਂ ਦੇ ਕੰਸਰਨਸ, ਇਸ਼ੂਜ਼ ਬਹੁਤ ਸਾਰੇ ਹੈ, ਡਿਫਰੈਂਟ ਹੈ ਲੜਕੀਆਂ ਤੋਂ, ਕਿ ਜਿਸ ਕਰਕੇ ਉਹ ਇਲਾਜ ਵਾਸਤੇ ਨਹੀਂ ਆ ਪਾਉਂਦੀਆਂ। ਸੋ ਲੜਕੀਆਂ ਦਾ ਮੈਂ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਮੇਲ ਪਾਰਟਨਰ ਦੇ ਕਰਕੇ ਉਹ ਨਸ਼ਾ ਕਰਨਾ ਸ਼ੁਰੂ ਕਰਦੇ। ਇਸ ਤੋਂ ਇਲਾਵਾ ਹੋਰ ਬੜੇ ਸਾਰੇ ਕਾਰਨ ਹੈ ਕਿ ਜਦੋਂ ਇਸ ਫੀਲਡ ਵਿੱਚ ਅਸੀਂ ਕੰਮ ਕਰਦੇ ਹਾਂ, ਜੋ ਇਸ ਫੀਲਡ ਵਿੱਚ ਕੰਮ ਕਰਨਾ ਸ਼ੁਰੂ ਕਰਦੇ ਹਾਂ, ਇਹਨਾਂ ਲੜਕੀਆਂ ਦੇ ਨਾਲ ਅਸੀਂ ਕੰਟੈਕਟ ਵਿੱਚ ਆਉਂਦੇ ਹਾਂ, ਤਾਂ ਫਿਰ ਪਤਾ ਲੱਗਦਾ ਕਿ ਕਿੱਦਾਂ ਦੇ ਬਹੁਤ ਸਾਰੇ ਵੱਡੀਆਂ ਪ੍ਰੋਬਲਮਸ ਹੈ। ਔਰ ਬਹੁਤ ਸਾਰੀਆਂ ਲੜਕੀਆਂ ਦਾ ਇਸ ਤਰ੍ਹਾਂ ਦਾ ਇਸ਼ੂ ਵੀ ਹੈ ਕਿ ਉਹਨਾਂ ਦੇ ਵਾਸਤੇ ਨਸ਼ਾ ਕਰਨਾ ਜਿਹੜਾ ਹੈ ਉਹ ਪ੍ਰੋਬਲਮ ਨਹੀਂ ਹੈ, ਨਸ਼ਾ ਕਰਨਾ ਉਹਨਾਂ ਵਾਸਤੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਹੈ। ਸੋ ਇਸ ਕਰਕੇ ਵੀ ਉਹਨਾਂ ਦਾ ਇਸ ਇਲਾਜ ਵਾਸਤੇ ਆ ਪਾਉਣਾ ਆਸਾਨ ਨਹੀਂ ਹੁੰਦਾ। ਸੋ ਇਸ ਵਾਸਤੇ ਉਹਨਾਂ ਦੇ ਡੋਰ ਸਟੈਪਸ ਤੇ ਜਾ ਕੇ, ਉਹਨਾਂ ਦੇ ਆਪਣੀ ਫੀਲਡ ਵਿੱਚ ਜਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਇਸ ਚੀਜ਼ ਬਾਰੇ ਉਹਨਾਂ ਨੂੰ ਜਾਗਰੂਕ ਕਰਨਾ, ਤਿਆਰ ਕਰਨਾ, ਉਹ ਆਪਣੇ ਆਪ 'ਚ ਇੱਕ ਬੜਾ ਵੱਡਾ ਇੱਕ ਪ੍ਰੋਜੈਕਟ ਬਣ ਜਾਂਦਾ ਹੈ। ਜੀ ਡਾਕਟਰ ਸਾਹਿਬ, ਪੰਜਾਬ ਵਿੱਚ ਸ਼ਰਾਬ ਦੀ ਜਿਹੜੀ ਲੇਡੀਜ਼ ਪੀ ਰਹੀਆਂ ਅੱਜ ਕੱਲ੍ਹ, ਮੈਨੂੰ ਇਹ ਕਹਿਣਾ ਪੈ ਰਿਹਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਚੰਡੀਗੜ੍ਹ ਵਰਗੇ ਸ਼ਹਿਰ ਜਿੱਥੇ ਅਸੀਂ ਬੈਠੇ ਹਾਂ, ਇੱਥੇ ਤਾਂ ਸ਼ਰੇਆਮ ਜਿਹੜੀਆਂ ਕਲੱਬਾਂ ਵਿੱਚ ਸ਼ਰਾਬ ਵਰਤ ਰਹੀ ਆ। ਅੱਜ ਕੱਲ੍ਹ ਜਿੰਨੇ ਸਮਾਗਮ ਹੁੰਦੇ ਆ ਉਹਨਾਂ ਵਿੱਚ ਵੀ ਸ਼ਰਾਬ ਪੀਣਾ ਔਰਤਾਂ ਸਟੇਟਸ ਵੀ ਮੰਨਦੀਆਂ, ਇੱਕ ਫੈਸ਼ਨ ਵੀ ਬਣ ਗਿਆ। ਤੁਸੀਂ ਇਹਦੇ ਨਾਲ ਕਿੰਨਾ ਕੁ ਸਹਿਮਤ ਹੋ? ਵੀ ਇਹ ਕਿਹਾ ਵੀ ਜਾਂਦਾ ਕਿ ਸ਼ਰਾਬ ਪੀਣਾ ਜਿਹੜਾ ਫੈਟੀ ਲਿਵਰ ਦੀ ਬੜੀ ਸਮੱਸਿਆ ਹੁੰਦੀ ਆ, ਤੁਸੀਂ ਕੀ ਸੋਚਦੇ ਹੋ ਕਿ ਜਿਹੜਾ ਇਹ ਫੈਸ਼ਨ ਆ ਜਾਂ ਇਹਦੀ ਕੋਈ ਲਿਮਿਟ ਹੋਣੀ ਚਾਹੀਦੀ ਆ, ਜਾਂ ਇਹ ਜਿਹੜਾ ਅਸੀਂ ਗਲਤ ਪਾਸੇ ਨੂੰ ਤੁਰ ਪਏ? ਦੇਖੋ, ਇੱਕ ਚੀਜ਼ ਤਾਂ ਅਸੀਂ ਇਹ ਮੰਨ ਕੇ ਚੱਲੀਏ ਕਿ ਜਿਹੜੇ
ਸ਼ਰਾਬ ਬਹੁਤ ਜ਼ਿਆਦਾ ਕੁਆਂਟੀਟੀ 'ਚ, ਬਹੁਤ ਜ਼ਿਆਦਾ ਮਿਕਦਾਰ ਵਿੱਚ ਪੀਣਾ ਆਪਣੇ ਆਪ 'ਚ ਨੁਕਸਾਨਦਾਇਕ ਹੈ। ਔਰ ਸ਼ਰਾਬ ਦੇ ਬਹੁਤ ਸਾਰੇ ਨੁਕਸਾਨ ਹੁੰਦੇ ਆ, ਬਾਕੀ ਨਸ਼ਿਆਂ ਤੋਂ ਵੀ ਬਹੁਤ ਜ਼ਿਆਦਾ ਨੁਕਸਾਨ ਹੈ। ਸੋ ਇਹਦੇ ਵਿੱਚ ਕਿਉਂਕਿ ਇੱਕ ਲੀਗਲ ਚੀਜ਼ ਹੈ, ਇੱਕ ਲੀਗਲ ਚੀਜ਼ ਜਿਹੜੀ ਹੈ ਕਿ ਪ੍ਰੋਵਾਈਡ ਕੀਤੀ ਜਾਂਦੀ ਹੈ, ਸੋ ਉਹਦੇ ਵਿੱਚ ਕੁਝ ਲਿਮਿਟ ਕਰਨਾ, ਜਿਸ ਤਰ੍ਹਾਂ ਗਵਰਨਮੈਂਟ ਤੋਂ ਜਿਸ ਤਰ੍ਹਾਂ ਨਾਲ ਆਮ ਤੌਰ ਤੇ ਟਾਈਮ ਟੂ ਟਾਈਮ ਇਹਦੇ ਵਾਸਤੇ ਜਿਹੜੀਆਂ ਇੰਸਟਰਕਸ਼ਨਸ ਜਾਰੀ ਕੀਤੀਆਂ ਜਾਂਦੀਆਂ, ਗਾਈਡਲਾਈਨਸ ਜਾਰੀ ਕੀਤੀਆਂ ਜਾਂਦੀਆਂ, ਕਿ ਉਹਨਾਂ ਨੂੰ ਫੋਲੋ ਕਰਨਾ ਉਹ ਆਪਣੇ ਹੱਥ ਵਿੱਚ ਹੁੰਦਾ। ਕਿਉਂਕਿ ਅਸੀਂ ਇੱਕ ਜਿਸ ਤਰ੍ਹਾਂ ਇੰਡੀਪੈਂਡੈਂਟ ਸੋਚ ਹੈ, ਇੰਡੀਪੈਂਡੈਂਟ ਆਪਣੀ ਲਾਈਫ ਆਪਣੀ ਇੰਡੀਪੈਂਡੈਂਟਲੀ ਜੀਣਾ ਚਾਹੁੰਦੇ ਆ, ਉਹਦੇ ਨਾਲ ਇਸ ਚੀਜ਼ ਦੇ ਨਾਲ ਜਿਹੜਾ ਮੈਸੇਜ ਜਾਣਾ, ਲੋਕਾਂ ਨੂੰ ਜਾਗਰੂਕ ਕਰਨਾ ਇਸ ਬਾਰੇ ਕਿ ਸ਼ਰਾਬ ਦੇ ਨੁਕਸਾਨ ਕਿੰਨੇ ਜ਼ਿਆਦਾ ਹੈ, ਸ਼ਰਾਬ ਨਾਲ ਕਿੰਨੇ ਜ਼ਿਆਦਾ ਨੁਕਸਾਨ ਹੁੰਦੇ ਹੈ, ਉਹਨਾਂ ਚੀਜ਼ਾਂ ਤੇ ਕੰਮ ਕਰਨ ਦੀ ਜ਼ਿਆਦਾ ਲੋੜ ਹੈ। ਨਾ ਕਿ ਅਸੀਂ ਕਿਉਂਕਿ ਆਮ ਤੌਰ ਤੇ ਇਹ ਦੇਖਣ ਵਿੱਚ ਆਇਆ, ਜਦੋਂ ਅਸੀਂ ਕਿਸੇ ਚੀਜ਼ ਨੂੰ ਰਿਸਟ੍ਰਿਕਟ ਕਰ ਦਿੰਦੇ ਹਾਂ, ਕਿਸੇ ਚੀਜ਼ ਤੇ ਰੋਕ ਲਾ ਦਿੰਦੇ ਹਾਂ, ਤੇ ਉਹਦੇ ਨਾਲ ਉਹ ਚੀਜ਼ ਰੁਕਦੀ ਨਹੀਂ ਹੈ, ਪਰ ਇਲੀਗਲ ਤਰੀਕੇ ਨਾਲ ਉਹ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ। ਸੋ ਇਸ ਸ਼ਰਾਬ ਦੇ ਕੇਸ ਵਿੱਚ ਵੀ ਹੈ ਕਿ ਜਿਹੜੀਆਂ ਸਟੇਟਸ ਜਿਨ੍ਹਾਂ ਵਿੱਚ ਕਿ ਸ਼ਰਾਬ ਜਿਹੜੀ ਇਲੀਗਲ ਮੰਨੀ ਜਾਂਦੀ ਹੈ, ਉੱਥੇ ਵੀ ਲੋਕ ਕੋਈ ਨਾ ਕੋਈ ਤਰੀਕਾ ਲੱਭ ਲੈਂਦੇ ਆ ਕਿ ਸ਼ਰਾਬ ਅਵੇਲੇਬਲ ਕਰਾਉਣ ਦਾ। ਸੋ ਇਹਦੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਨਾ ਸ਼ਰਾਬ ਦੇ ਨੁਕਸਾਨਾਂ ਬਾਰੇ ਉਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਜੀ। ਸਰ ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋਵੋਗੇ ਕਿ ਜਿਹੜੀਆਂ ਲੜਕੀਆਂ ਨਸ਼ਿਆਂ ਜਾਂ ਸ਼ਰਾਬ ਦਾ ਸੇਵਨ ਕਰਦੀਆਂ ਉਹਨਾਂ ਦੀ ਐਕਸਪਲੋਇਟੇਸ਼ਨ ਵਧੀ ਅੱਗੇ ਨਾਲੋਂ? ਬਿਲਕੁਲ ਇਸੇ ਤਰ੍ਹਾਂ ਹੀ ਹੁੰਦਾ ਹੈ ਜੀ, ਕਿ ਜਿਹੜੀਆਂ ਲੜਕੀਆਂ ਇਸ ਪਾਸੇ ਵੱਲ ਨੂੰ ਚਲੀਆਂ ਜਾਂਦੀਆਂ ਕਿ ਉਹਦੇ ਵਾਸਤੇ ਉਹਨਾਂ ਨੂੰ ਆਪਣਾ ਘਰ-ਬਾਰ ਚਲਾਉਣ ਵਾਸਤੇ ਜਾਂ ਆਪਣਾ ਨਸ਼ੇ ਦੀ ਪੂਰਤੀ ਵਾਸਤੇ ਉਹ ਸਾਰਿਆਂ ਵਾਸਤੇ ਵੀ ਪੈਸੇ ਦੀ ਲੋੜ ਹੁੰਦੀ ਹੈ। ਸੋ ਇਸ ਉਹਨਾਂ ਦੀ ਐਕਸਪਲੋਇਟੇਸ਼ਨ ਉਨੀ ਜ਼ਿਆਦਾ ਹੋਰ ਜ਼ਿਆਦਾ ਵਧੀ ਜਾਂਦੀ ਹੈ। ਸੋ ਮੈਂ ਇਸ ਲਈ ਪਹਿਲਾਂ ਵੀ ਜਿਸ ਤਰ੍ਹਾਂ ਕਿਹਾ ਕਿ ਇਸ ਫੀਲਡ ਵਿੱਚ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਬਹੁਤ ਸਾਰੀਆਂ ਹੋਰ ਚੀਜ਼ਾਂ ਕਲੀਅਰ ਹੋਣੀਆਂ ਸ਼ੁਰੂ ਹੋਈਆਂ, ਕਿ ਜਿਹੜੀਆਂ ਮੈਨੂੰ ਵੀ ਇਹ ਚੀਜ਼ਾਂ ਬਾਰੇ ਨੌਲੇਜ ਨਹੀਂ ਸੀ, ਕਿਉਂਕਿ ਇਹ ਕਿਸੇ ਕਿਤਾਬਾਂ ਵਿੱਚ ਨਹੀਂ ਦਿੱਤੀਆਂ ਹੋਈਆਂ। ਸੋ ਜਦੋਂ ਇਸ ਫੀਲਡ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੁੰਦਾ ਕਿ ਇਹਨਾਂ ਲੜਕੀਆਂ ਨੂੰ ਅਸੀਂ ਜੇ ਘৃਣਾ ਨਾਲ ਦੇਖਦੇ ਹਾਂ ਤਾਂ ਉਹ ਅਸੀਂ ਗਲਤ ਕਰਦੇ ਹਾਂ, ਕਿਉਂਕਿ ਸੋਸਾਇਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਨੂੰ ਆਪਣੇ ਨਾਲ ਜੋੜਨਾ, ਆਪਣੇ ਨਾਲ ਇਸ ਮੇਨ ਸਟਰੀਮ ਦੇ ਵਿੱਚ ਲੈ ਕੇ ਆਉਣਾ। ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਇਹਨਾਂ ਵਾਸਤੇ ਅਸੀਂ ਸਰਵਿਸਿਜ਼ ਪੈਦਾ ਕਰੀਏ ਤਾਂ ਕਿ ਉਹ ਸਰਵਿਸਿਜ਼ ਅਵੇਲ ਕਰ ਸਕਣ, ਤਾਂ ਆਪਣੇ ਆਪ ਨੂੰ ਠੀਕ ਕਰਨ, ਉਹਨਾਂ ਨੂੰ ਠੀਕ ਕਰਨ ਦਾ ਮੌਕਾ ਦਿੱਤਾ ਜਾ ਸਕੇ। ਡਾਕਟਰ ਸਾਹਿਬ ਤੁਸੀਂ ਬੜਾ ਕੰਮ ਕੀਤਾ ਇਹਦੇ ਉੱਤੇ। ਪੰਜਾਬ ਦੇ ਕਿਸ ਖਿੱਤੇ ਵਿੱਚ ਵਧੇਰੇ ਕੁੜੀਆਂ ਜਿਹੜੀਆਂ ਆ ਉਹ ਨਸ਼ਿਆਂ ਵੱਲ ਧੱਕੀਆਂ ਜਾ ਰਹੀਆਂ? ਕਿਉਂਕਿ ਜਿਹੜੀ ਪਿਛਲੀ ਜਿਹੜੀ ਵੀਡੀਓ ਵਾਇਰਲ ਹੋਈਆਂ ਸੀਗੀਆਂ ਉਹਨਾਂ ਦੋਨਾਂ ਦਾ ਸੰਬੰਧ ਅੰਮ੍ਰਿਤਸਰ ਨਾਲ ਸੀਗਾ, ਜਿੱਥੇ ਕੁੜੀਆਂ ਖੜ ਨਹੀਂ ਸਕਦੀਆਂ ਸੀ, ਡਿੱਗਦੀਆਂ ਫਿਰਦੀਆਂ ਸੀਗੀਆਂ। ਸੋ ਤੁਹਾਡੀ ਜਿਹੜੀ ਸਟੱਡੀ ਉਹ ਕੀ ਕਹਿੰਦੀ ਹੈ ਜੀ? ਜੀ ਦੇਖੋ, ਇਦਾਂ ਹੈ ਕਿ ਜਿਹੜਾ ਅਸੀਂ ਇਹ ਪ੍ਰੋਜੈਕਟ ਚਲਾਇਆ ਸੀ, ਕਪੂਰਥਲਾ ਦੇ ਵਿੱਚ ਹੀ ਚਲਾਇਆ ਸੀ, ਔਰ ਕਪੂਰਥਲਾ ਦੇ ਵਿੱਚ ਆਸ-ਪਾਸ ਦੀਆਂ ਕੁੜੀਆਂ ਹੀ ਸਾਡੇ ਕੋਲ ਰਜਿਸਟਰ ਹੋਈਆਂ ਸੀ ਜ਼ਿਆਦਾ। ਸੋ ਇਹ ਕਹਿਣਾ, ਇਹਦੇ ਤੇ ਕਮੈਂਟ ਕਰਨਾ ਕਿ ਕਿਸ ਏਰੀਆ ਵਿੱਚ ਜ਼ਿਆਦਾ ਇਹ ਲੜਕੀਆਂ ਇਸ ਤਰ੍ਹਾਂ ਹੋਣਗੀਆਂ। ਸੋ ਉਹਦੇ ਵਾਸਤੇ ਮੈਂ ਫਿਰ ਉਹੀ ਬੇਨਤੀ ਕਰ ਰਿਹਾ ਕਿ ਜਦੋਂ ਅਸੀਂ ਇਸ ਤਰ੍ਹਾਂ ਦੇ ਪ੍ਰੋਜੈਕਟ ਅਸੀਂ ਸ਼ੁਰੂ ਕਰਾਂਗੇ, ਉਹਨਾਂ ਵਾਸਤੇ ਸਰਵਿਸਿਜ਼ ਦੇਵਾਂਗੇ, ਸਰਵਿਸਿਜ਼ ਸਟਾਰਟ ਕਰਾਂਗੇ, ਤਾਂ ਜਦੋਂ ਲੜਕੀਆਂ ਆਉਣੀਆਂ ਸ਼ੁਰੂ ਹੋਣਗੀਆਂ ਫਿਰ ਹੀ ਸਾਨੂੰ ਆਈਡੀਆ ਹੋਏਗਾ ਕਿ ਇਸ ਏਰੀਏ ਵਿੱਚ, ਇਸ ਜਗ੍ਹਾ ਤੇ ਕਿੰਨੀਆਂ ਕੁ ਜ਼ਿਆਦਾ ਲੜਕੀਆਂ ਇਸ ਕੰਮ ਦੇ ਵਿੱਚ ਲੱਗੀਆਂ ਹੋਈਆਂ, ਤਾਂ ਉਹਨਾਂ ਨੂੰ ਜਿਨ੍ਹਾਂ ਨੂੰ ਸਰਵਿਸਿਜ਼ ਦੇਣ ਦੀ ਲੋੜ ਹੈ ਜੀ। ਡਾਕਟਰ ਸਾਹਿਬ ਤੁਸੀਂ ਕਿਹਾ ਕਿ ਸਟਿਗਮਾ ਕਰਕੇ, ਇੱਕ ਜਿਹੜਾ ਸਮਾਜਿਕ ਆਪਾਂ ਡਰ ਕਰਕੇ ਲੜਕੀਆਂ ਜਿਹੜੀਆਂ ਉਹ ਸਾਹਮਣੇ ਨਹੀਂ ਆ ਰਹੀਆਂ ਜਿਹੜੀਆਂ ਨਸ਼ੇ ਕਰਦੀਆਂ, ਤੇ ਤੁਸੀਂ ਇਹਦੇ ਵਿੱਚ ਕੀ ਸੁਜੈਸਟ ਕਰੋਗੇ ਕਿ ਕਿਵੇਂ ਜਿਹੜੀਆਂ ਲੜਕੀਆਂ ਆ ਜੇ ਉਸ ਗਲਤ ਕੰਮ 'ਚ ਪਏ ਗਈਆਂ ਤਾਂ ਉਹਨਾਂ ਨੂੰ ਅਸੀਂ ਬਾਹਰ ਲਿਆ ਕੇ ਉਹਨਾਂ ਦਾ ਜਿਹੜਾ ਹੱਲ ਕਰ ਸਕੀਏ? ਤੁਸੀਂ ਇਹਦੇ ਲਈ ਕੀ ਸੁਜੈਸਟ ਕਰਦੇ ਹੋ? ਜੀ, ਉਹਦੇ ਵਾਸਤੇ ਮੈਂ ਕਿਹਾ ਕਿ ਸਟਿਗਮਾ ਇੱਕ ਕਾਰਨ ਹੈ। ਸਟਿਗਮਾ ਤੋਂ ਇਲਾਵਾ ਹੋਰ ਬੜੇ ਸਾਰੇ ਕਾਰਨ ਹੈ, ਕਿ ਜਿਹਦੇ ਵਿੱਚ ਕਿ ਮੈਂ ਇਹ ਵੀ ਕਿਹਾ ਕਿ ਕੁਝ ਲੜਕੀਆਂ ਇਸ ਤਰ੍ਹਾਂ ਦੀਆਂ ਵੀ ਕਿ ਜਿਨ੍ਹਾਂ ਵਾਸਤੇ ਨਸ਼ਾ ਕਰਨਾ ਪ੍ਰੋਬਲਮ ਨਹੀਂ ਹੈ, ਉਹਨਾਂ ਦੀ ਪ੍ਰੋਬਲਮ ਦਾ ਸੋਲਿਊਸ਼ਨ ਹੈ। ਸੋ ਉਹਨਾਂ ਵਾਸਤੇ ਉਹ ਅਲੱਗ ਤਰ੍ਹਾਂ ਦੀਆਂ ਸਰਵਿਸਿਜ਼, ਉਹਨਾਂ ਵਾਸਤੇ ਬਿਲਕੁਲ ਡਿਫਰੈਂਟ ਤਰ੍ਹਾਂ ਦਾ এনवायरमेंट ਪੈਦਾ ਕਰਨਾ। ਜਿਸ ਤਰ੍ਹਾਂ ਮੈਂ ਕਿਹਾ ਕਿ ਅਸੀਂ ਆਊਟਰੀਚ ਪ੍ਰੋਗਰਾਮ ਇੱਕ ਸ਼ੁਰੂ ਕੀਤਾ ਸੀ, ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂ ਕਰਨੇ ਸਿਰਫ ਲੜਕੀਆਂ ਵਾਸਤੇ ਨਹੀਂ, ਬੱਚਿਆਂ ਵਾਸਤੇ ਵੀ, ਟਰਾਂਸਜੈਂਡਰਸ ਦੇ ਵਾਸਤੇ ਵੀ, ਜਿਹੜੀ ਹਿਡਨ ਪੋਪੂਲੇਸ਼ਨਸ ਆ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ। ਕਿ ਜਿਹਦੇ ਵਿੱਚ ਕਿ ਇੱਕ ਐਗਜ਼ਾਮਪਲ ਦਿੰਦਾ ਮੈਂ, ਕਿ ਜਿਹੜੇ ਇਹਦੇ ਵਿੱਚ ਅਸੀਂ ਆਊਟਰੀਚ ਸਟਾਫ ਰੱਖਦੇ ਹਾਂ, ਉਹ ਆਊਟਰੀਚ ਸਟਾਫ ਜਿਹੜਾ ਉਹ ਨਸ਼ਾ ਕਰਨ ਵਾਲੀਆਂ ਲੜਕੀਆਂ ਦੀ ਕਮਿਊਨਿਟੀ ਦੇ ਵਿੱਚੋਂ ਹੀ ਸੀ, ਕਿ ਜਿਹੜੀਆਂ ਲੜਕੀਆਂ ਟ੍ਰੀਟਮੈਂਟ ਲੈ ਚੁੱਕੀਆਂ ਸੀ ਜਾਂ ਲੈ ਰਹੀਆਂ ਸੀ, ਕਿਉਂਕਿ ਉਹਨਾਂ ਨੂੰ ਆਪਣੇ ਸਰਕਲ ਦਾ, ਆਪਣੇ ਆਸ-ਪਾਸ ਦੇ ਲੋਕਾਂ ਦਾ, ਆਪਣੇ ਆਸ-ਪਾਸ ਦੀਆਂ ਲੜਕੀਆਂ ਦਾ ਉਹਨਾਂ ਬਾਰੇ ਸਾਰੀ ਜਾਣਕਾਰੀ ਹੈ। ਉਹ ਲੜਕੀਆਂ ਜਾ ਕੇ ਉਹਨਾਂ ਨੂੰ ਮੋਟੀਵੇਟ ਕਰਦੀਆਂ, ਉਹਨਾਂ ਨੂੰ ਤਿਆਰ ਕਰਦੀਆਂ ਕਿ ਹਸਪੀਟਲ ਵਿੱਚ ਆ ਕੇ, ਗਵਰਨਮੈਂਟ ਹਸਪੀਟਲ ਦੇ ਵਿੱਚ, ਕਿਉਂਕਿ ਸਾਰੀਆਂ ਸਰਵਿਸਿਜ਼ ਅਵੇਲੇਬਲ ਹੈ,
ਕਿ ਮੈਡੀਕਲ ਚੈੱਕਅਪ ਹੋਣਾ ਹੈ ਤੁਹਾਡਾ, ਸਰਜੀਕਲ ਚੈੱਕਅਪ ਹੋਣਾ, ਤੁਹਾਡਾ ਗਾਇਨੀ ਚੈੱਕਅਪ ਹੋਣਾ ਹੈ, ਤੁਹਾਡੀ ਟੀਬੀ ਦੀ ਟੈਸਟਿੰਗ ਹੋਣੀ ਹੈ, ਤਾਂ HIV ਦੀ, ਹੈਪੇਟਾਈਟਿਸ ਦੀ ਸਾਰੀ ਟੈਸਟਿੰਗ ਤੁਹਾਡੀ ਸਰਕਾਰੀ ਹਸਪਤਾਲ ਦੇ ਵਿੱਚ ਹੋਣੀ ਹੈ ਔਰ ਫ੍ਰੀ ਹੋਣੀ ਹੈ। ਔਰ ਉਹਦੇ ਵਾਸਤੇ ਕਿਉਂਕਿ ਤੁਹਾਨੂੰ ਪ੍ਰਾਇੋਰਟੀ ਬੇਸਿਸ ਤੇ ਅਸੀਂ ਦਿਖਾਵਾਂਗੇ ਕਿ ਤੁਹਾਨੂੰ ਲਾਈਨ 'ਚ ਲੱਗਣ ਦੀ ਲੋੜ ਨਹੀਂ। ਜੇ ਤੁਹਾਨੂੰ ਜਿਹੜੀ ਵੀ ਮੈਡੀਸਿਨ ਦੀ ਲੋੜ ਹੈ ਉਹ ਤੁਹਾਨੂੰ ਹਸਪਤਾਲ ਵਿੱਚੋਂ ਮੁਫਤ ਮਿਲ ਜਾਏਗੀ। ਸੋ ਤੁਹਾਡਾ ਹਰ ਤਰ੍ਹਾਂ ਦਾ ਇਲਾਜ ਜਿਹੜਾ ਉਹ ਸੰਭਵ ਹੈ, ਸਾਰਾ ਇਲਾਜ ਕੀਤਾ ਜਾ ਸਕਦਾ। ਸੋ ਇਸ ਤਰੀਕੇ ਨਾਲ ਉਹਨਾਂ ਲੜਕੀਆਂ ਨੂੰ ਮੋਟੀਵੇਟ ਕਰਕੇ ਫੀਲਡ ਵਿੱਚੋਂ ਜਿਹੜਾ ਉਹ ਇੰਸਟੀਟਿਊਸ਼ਨਸ ਦੇ ਨਾਲ ਅਟੈਚ ਕਰਨਾ, ਉਹ ਇਸ ਪ੍ਰੋਜੈਕਟ ਦਾ ਮੰਤਵ ਹੈ। ਔਰ ਉਹਦੇ ਵਿੱਚ ਉਹਨਾਂ ਨੂੰ ਸਿਰਫ ਇਲਾਜ ਤੱਕ ਹੀ ਸੀਮਿਤ ਨਹੀਂ ਹੈ ਪ੍ਰੋਜੈਕਟ, ਉਹਦੇ ਵਿੱਚ ਇਹ ਵੀ ਹੈ ਕਿ ਇਹਨਾਂ ਲੜਕੀਆਂ ਨੂੰ ਕੋਈ ਸੋਸ਼ਲ ਸਿਕਿਉਰਿਟੀ ਸਕੀਮਸ ਜਿਹੜੀਆਂ ਗਵਰਨਮੈਂਟ ਦੀਆਂ, ਸਟੇਟ ਗਵਰਨਮੈਂਟ ਦੀਆਂ, ਸੈਂਟਰਲ ਗਵਰਨਮੈਂਟ ਦੀਆਂ, ਉਹਨਾਂ ਦੇ ਨਾਲ ਅਟੈਚ ਕਰਨਾ। ਸਿੰਪਲ ਜੀ ਐਗਜ਼ਾਮਪਲ ਹੈ ਕਿ ਆਧਾਰ ਕਾਰਡ ਕਈਆਂ ਲੜਕੀਆਂ ਕੋਲ ਨਹੀਂ ਹੈ, ਉਹਨਾਂ ਦੇ ਆਧਾਰ ਕਾਰਡ ਬਣਵਾ ਕੇ ਉਹਨਾਂ ਨੂੰ ਸਰਵਿਸਿਜ਼ ਜਿਹੜੀਆਂ ਅਵੇਲ ਕਰਨੀਆਂ ਚਾਹੁੰਦੇ, ਉਹਨਾਂ ਨੂੰ ਐਮਪਲੋਇਮੈਂਟ ਦੇ ਨਾਲ, ਐਮਪਲੋਇਮੈਂਟ ਜਨਰੇਸ਼ਨ ਡਿਪਾਰਟਮੈਂਟ ਦੇ ਨਾਲ ਲਿੰਕ ਕਰਨਾ, ਉਹਨਾਂ ਨੂੰ ਕੋਈ ਵੋਕੇਸ਼ਨਲ ਟ੍ਰੇਨਿੰਗ ਕੋਰਸਿਸ ਜਿਹੜੇ ਆ ਉਹ ਸਿਖਾਣੇ, ਕੋਈ ਡੋਮੈਸਟਿਕ ਵਾਇਲੈਂਸ ਦੇ ਕੇਸਿਸ ਹੈ ਉਹਨਾਂ ਨੂੰ ਜਿਹੜੇ ਵੀ ਇੰਸਟੀਚਿਊਟਸ ਬਣੇ ਹੋਏ ਹੈ, ਸਖੀ ਵਨ ਸਟਾਪ ਸੈਂਟਰ ਜਿਸ ਤਰ੍ਹਾਂ ਬਣੇ ਹੋਏ ਹੈ, ਉਹਨਾਂ ਦੇ ਨਾਲ ਲਿੰਕ ਕਰਾਉਣਾ, ਉਹਨਾਂ ਨੂੰ ਉੱਥੇ ਲੈ ਕੇ ਜਾਣਾ। ਉਹਨਾਂ ਨੂੰ ਕੋਈ ਵੀ ਕਿਸੇ ਦਾ ਲੀਗਲ ਕੋਈ ਕਿਸ ਤਰ੍ਹਾਂ ਦੀ ਕੋਈ ਉਹਨਾਂ ਨੂੰ ਰਿਕੁਆਇਰਮੈਂਟ ਹੈ, ਉਹਨਾਂ ਨੂੰ ਹੈਲਪ ਚਾਹੀਦੀ ਹੈ, ਉਹ ਸਾਰੀਆਂ ਦੇ ਸਾਰੀਆਂ ਸਰਵਿਸਿਜ਼ ਜਿਹੜੀਆਂ ਉਹਨਾਂ ਨਾਲ ਲਿੰਕ ਕਰਾਉਣਾ। ਸਿਰਫ ਨਸ਼ੇ ਦਾ ਇਲਾਜ ਕਰਨ ਦਾ ਸਿਰਫ ਇੱਕ ਪਾਰਟ ਹੈ, ਜਿਹੜੀਆਂ ਇਹ ਸਾਰੀਆਂ ਸਰਵਿਸਿਜ਼ ਨਾਲ ਉਹਨਾਂ ਨੂੰ ਲਿੰਕ ਕਰਨਾ ਉਹ ਇੱਕ ਬਹੁਤ ਜਿਹੜਾ ਉਹਨਾਂ ਵਾਸਤੇ ਬੜੀ ਅਟਰੈਕਟਿਵ ਜੀ ਚੀਜ਼ ਹੈ, ਉਹਨਾਂ ਵਾਸਤੇ ਬੜੀ ਲੋੜਵੰਦ ਜਿਹੜੀ ਫਾਇਦੇਮੰਦ ਚੀਜ਼ ਹੈ, ਜਿਸ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੈ। ਸੋ ਉਹਨਾਂ ਸਾਰੀਆਂ ਚੀਜ਼ਾਂ ਦੀ ਉਹਨਾਂ ਦੀ ਜ਼ਰੂਰਤਾਂ ਇਸ ਤਰ੍ਹਾਂ ਪੂਰੀਆਂ ਕਰਨੀਆਂ, ਫਿਰ ਉਹ ਇਸ ਆਪਣੇ ਆਪ ਆ ਕੇ ਲਿੰਕ ਹੋਣਾ ਸ਼ੁਰੂ ਹੋ ਜਾਂਦੀਆਂ ਤੇ ਇਲਾਜ ਵਾਸਤੇ ਤਿਆਰ ਹੋਣਾ ਔਰ ਰੈਗੂਲਰ ਹੋ ਜਾਂਦੀ ਹੈ। ਜੀ ਡਾਕਟਰ ਸਾਹਿਬ, ਤੁਹਾਡੇ ਚੇਤੇ 'ਚ ਹੋਣਾ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਕ ਚਰਚਾ ਛਿੜ ਪਈ ਸੀ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਦੇ ਉਮੀਦਵਾਰਾਂ ਦੇ ਪੈਰ ਇਸ ਕਰਕੇ ਨਹੀਂ ਸੀ ਲੱਗੇ ਕਿ ਨਸ਼ਿਆਂ ਦਾ ਜਿਹੜਾ ਬਹੁਤ ਜ਼ਿਆਦਾ ਪ੍ਰਕੋਪ ਵੱਧ ਗਿਆ ਸੀਗਾ। ਤੁਹਾਨੂੰ ਇਹ ਨਹੀਂ ਲੱਗਦਾ ਕਿ ਜਿਹੜੀ ਸਮੇਂ ਦੀ ਸਰਕਾਰ ਆ, ਜੇ ਇਹਨੇ ਇਸ ਪਾਸੇ ਵੱਲ ਹਾਲੇ ਵੀ ਧਿਆਨ ਨਾ ਦਿੱਤਾ, ਚਾਹੇ ਲੜਕੀਆਂ ਨਸ਼ੇ ਕਰਦੀਆਂ ਹੋਣ ਜਾਂ ਜਿਵੇਂ ਲੜਕੇ ਆ ਉਹਨਾਂ ਦੀ ਹੋਵੇ, ਤਾਂ ਅਸੀਂ ਪਛੜ ਜਾਵਾਂਗੇ? ਤੁਹਾਨੂੰ ਇੰਝ ਨਹੀਂ ਲੱਗਦਾ? ਜਾਂ ਇਹ ਜਿਹੜੀ ਜ਼ਿੰਮੇਵਾਰੀ ਤੁਸੀਂ ਕਿ ਇੱਕ NGO ਨਿਭਾ ਰਹੀ ਆ, ਇਹ ਜ਼ਿੰਮੇਵਾਰੀ ਸਰਕਾਰ ਨੂੰ ਨਿਭਾਉਣੀ ਨਹੀਂ ਚਾਹੀਦੀ, ਸਗੋਂ ਤੇਜ਼ੀ ਨਾਲ ਜਿਹੜੇ ਇਦਾਂ ਦੇ ਸੈਂਟਰ ਖੋਲ੍ਹਣੇ ਚਾਹੀਦੇ ਆ? ਬਿਲਕੁਲ, ਇਹਨਾਂ ਤੇ ਮੈਂ ਉਹੀ ਕਹਿ ਰਿਹਾ ਕਿ ਇਹਨਾਂ ਤੇ ਬਹੁਤ ਜ਼ਿਆਦਾ ਕੰਮ ਹੋਣਾ ਚਾਹੀਦਾ ਹੈ। ਕੰਮ ਪਹਿਲੇ ਵੀ ਚੱਲ ਰਿਹਾ, ਹੌਲੀ ਹੌਲੀ ਸਰਵਿਸਿਜ਼ ਜਿਹੜੀਆਂ ਐਸਕੇਲੇਟ ਹੋ ਰਹੀਆਂ, ਵੱਧ ਰਹੀਆਂ। ਔਰ ਮੈਂ ਕਿਉਂਕਿ ਇੱਕ ਪੋਲੀਟੀਸ਼ੀਅਨ ਨਹੀਂ ਹੈ, ਮੈਂ ਇਸ ਤੇ ਬਹੁਤ ਜ਼ਿਆਦਾ ਕਮੈਂਟ ਨਹੀਂ ਕਰੂੰਗਾ, ਬਟ ਜਿਸ ਤਰ੍ਹਾਂ ਸਰਕਾਰ ਵੱਲੋਂ ਜੋ ਵੀ ਹਦਾਇਤਾਂ ਜਾਰੀ ਹੁੰਦੀਆਂ ਜਾਂ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀਆਂ ਸੁਜੈਸ਼ਨਸ ਮੰਗੀਆਂ ਜਾਂਦੀਆਂ, ਉਹਨਾਂ ਤੇ ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਜਦੋਂ ਚਰਚਾ ਕਰਦੇ ਹਾਂ, ਤੇ ਆਪਣੇ ਆਪ ਪ੍ਰੋਗਰਾਮਸ ਜਿਹੜੇ ਹੈ ਆਪਣੇ ਆਪ ਇੰਪਲੀਮੈਂਟ ਹੋਣੇ ਸ਼ੁਰੂ ਹੋ ਜਾਂਦੇ। ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਇਹ ਲੋਕਾਂ ਵਾਸਤੇ, ਆਮ ਜਨਤਾ ਵਾਸਤੇ ਬਹੁਤ ਫਾਇਦੇਮੰਦ ਹੈ ਔਰ ਪੰਜਾਬ ਵਾਸਤੇ, ਪੂਰੇ ਪੰਜਾਬ ਵਾਸਤੇ ਫਾਇਦੇਮੰਦ ਹੈ। ਸੋ ਇਸ ਤਰ੍ਹਾਂ ਦੇ ਸਰਵਿਸ ਜਦੋਂ ਵੀ ਡਿਸਕਸ਼ਨ ਹੋਏਗੀ, ਜਦੋਂ ਵੀ ਇਸ ਚੀਜ਼ ਤੇ ਗੱਲਬਾਤ ਹੋਏਗੀ, ਤਾਂ ਮੈਂ ਉਮੀਦ ਹੈ ਕਿ ਇਹ ਜਲਦੀ ਹੀ ਇੰਪਲੀਮੈਂਟ ਕਰ ਲਿਆ ਜਾਏਗਾ। ਜੀ ਡਾਕਟਰ ਸਾਹਿਬ, ਜਿਹੜੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਆ, ਕਿਹਾ ਜਾਂਦਾ ਕਿ ਜਿਹੜੇ ਉੱਥੇ ਨਸ਼ਿਆੜੀ ਦਾਖਲ ਹੁੰਦੇ ਆ ਉਹਨਾਂ ਨਾਲ ਉਸ ਤਰ੍ਹਾਂ ਦਾ ਵਰਤਾਅ ਹੁੰਦਾ ਜਿਸ ਤਰ੍ਹਾਂ ਦਾ ਪੁਲਿਸ ਜਿਹੜੀ ਆ ਹਵਾਲਾ 'ਚ ਕਰਦੀ ਆ, ਟੌਰਚਰ ਹੋਇਆ ਕਰਦਾ, ਬੜਾ ਕੁਝ ਜਿਹੜੀਆਂ ਕਹਾਣੀਆਂ ਉਹ ਸੁਣੀ ਦੀਆਂ। ਫਿਰ ਇਹ ਵੀ ਕਾਫੀ ਲੁੱਟ ਵੀ ਪੈਸੇ ਦੀ ਹੈਗੀ ਆ। ਤੁਹਾਡੇ ਧਿਆਨ 'ਚ ਕੋਈ ਬਿਨਾਂ ਬੇਸ਼ੱਕ ਕੇਂਦਰ ਦਾ ਨਾਂ ਲਿਆ ਦੱਸ ਸਕਦੇ ਹੋ ਕਿ ਜਿਹੜੇ ਉੱਥੇ ਬੱਚੇ ਆ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਆ? ਤੁਹਾਡੇ ਧਿਆਨ ਜ਼ਰੂਰ ਇੱਦਾਂ ਸ਼ਿਕਾਇਤਾਂ ਆਈਆਂ ਹੋਣੀਆਂ। ਜੀ, ਮੈਂ ਇਹਦੇ ਤੇ ਇਹ ਕਹਿਣਾ ਚਾਹਾਂਗਾ ਕਿ ਕੁਛ ਇੱਕ ਨਸ਼ਾ ਛੁਡਾਊ ਕੇਂਦਰ ਜਿਹੜੇ ਹੈ, ਜੋ ਸੋ ਕਾਲਡ ਨਸ਼ਾ ਛੁਡਾਊ ਕੇਂਦਰ ਜਿਹੜੇ ਹੈ, ਇਲੀਗਲੀ ਜਿਹੜੇ ਜਦੋਂ ਚੱਲਦੇ ਹੈ, ਉਹਨਾਂ ਤੇ ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ, ਕੰਪਲੇਂਟਸ ਆਉਂਦੀਆਂ। ਪਰ ਜਿਹੜੇ ਲੀਗਲ ਨਸ਼ਾ ਛੁਡਾਊ ਕੇਂਦਰ, ਜਿਹੜੇ ਰਜਿਸਟਰਡ ਨਸ਼ਾ ਛੁਡਾਊ ਕੇਂਦਰ ਹੈ, ਰੀਹੈਬਿਲਿਟੇਸ਼ਨ ਸੈਂਟਰਸ ਹੈ, ਕਿਉਂਕਿ ਉਹ ਸਰਕਾਰ ਵੱਲੋਂ ਰਜਿਸਟਰ ਕੀਤੇ ਗਏ, ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਡਿਸਟ੍ਰਿਕਟ ਹੈੱਡਕੁਆਟਰ ਤੇ ਅਵੇਲੇਬਲ ਹੁੰਦੀ ਹੈ। ਔਰ ਡਿਸਟ੍ਰਿਕਟ ਲੈਵਲ ਦੀ ਟੀਮ ਜਿਹੜੀ ਹੈ ਉਹ ਸਮੇਂ-ਸਮੇਂ ਸਿਰ ਜਾ ਕੇ ਉਹਨਾਂ ਦੇ ਇਨਸਪੈਕਸ਼ਨ ਕਰਦੀ ਹੈ, ਸਰਪ੍ਰਾਈਜ਼ ਚੈਕਿੰਗਸ ਕਰਦੀ ਹੈ, ਪੇਸ਼ੈਂਟਸ ਨਾਲ ਗੱਲਬਾਤ ਕਰਦੇ ਹੈ। ਸੋ ਉਹਨਾਂ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਪਲੇਂਟਸ ਹੈ ਜਾਂ ਇਸ ਤਰ੍ਹਾਂ ਦੇ ਇਸ਼ੂਜ਼ ਜਿਹੜੇ ਹੈ ਉਹ ਸਾਹਮਣੇ ਬਹੁਤ ਘੱਟ ਦੇਖਣ ਨੂੰ ਮਿਲਦੇ ਹੈ। ਹਾਂ, ਇਲੀਗਲ ਜਿਹੜੇ ਕੇਂਦਰ ਚੱਲ ਰਹੇ ਹੈ, ਸੋ ਉਹਨਾਂ ਤੇ ਸਟ੍ਰਿਕਟਨੈਸ ਵਰਤਣੀ, ਉਹਨਾਂ ਨੂੰ ਕੰਟਰੋਲ ਕਰਨਾ, ਉਹਨਾਂ ਨੂੰ ਬੰਦ ਕਰਾਉਣਾ, ਉਹ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਵਧਣ ਤੋਂ ਰੋਕਿਆ ਜਾ ਸਕੇ, ਉਹਨਾਂ ਨੂੰ ਇਸ ਤਰ੍ਹਾਂ ਦੇ ਕੰਮ ਕਰਨ ਤੋਂ ਰੋਕਿਆ ਜਾ ਸਕੇ। ਕਿਉਂਕਿ ਨਸ਼ਾ ਜਿਹੜਾ ਹੈ ਇੱਕ ਬਿਮਾਰੀ ਹੈ, ਬਿਮਾਰੀ ਦਾ ਇਲਾਜ ਹੁੰਦਾ ਹੈ, ਨਾ ਕਿ ਮਾਰ ਕੁੱਟ ਕੇ ਜਾਂ ਨਹੀਂ ਤਾਂ ਅਦਰਵਾਈਜ਼ ਤਾਂ ਇਹਨਾਂ ਵਾਸਤੇ ਇੱਕ ਜਿਹੜਾ ਜੇਲ੍ਹ ਅਲੱਗ ਬਣਾ ਦਿੱਤੀ ਜਾਵੇ, ਤਾਂ ਉੱਥੇ ਬੰਦ ਕਰਕੇ ਜੇ ਇਸ ਤਰ੍ਹਾਂ ਹੋਵੇ ਕਿ ਬੱਚੇ ਕਰਨਾ ਛੱਡ ਜਾਣ, ਤਾਂ ਉਹ ਪੋਸੀਬਲ ਨਹੀਂ ਹੈ, ਉਹ ਇੱਦਾਂ ਨਹੀਂ ਹੋ ਸਕਦਾ। ਇਹਦੇ ਵਾਸਤੇ ਬਿਮਾਰੀ ਦਾ ਇਲਾਜ ਹੁੰਦਾ ਹੈ,
ਨਾ ਕਿ ਮਾਰ ਕੁੱਟ ਕੇ ਉਹਨਾਂ ਨੇ ਠੀਕ ਹੋਣਾ। ਸੋ ਇਸੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਇਲੀਗਲ ਜਿਹੜੇ ਕੇਂਦਰ ਇਸ ਤਰ੍ਹਾਂ ਚੱਲ ਰਹੇ ਆ ਉਹਨਾਂ ਤੇ ਸ਼ਿਕੰਜਾ ਜ਼ਰੂਰ ਕੱਸਿਆ ਜਾਏ। ਡਾਕਟਰ ਭੋਲਾ, ਮੈਂ ਪਿੱਛੇ ਜਿਹੇ ਇੱਕ ਹੋਰ ਰਿਪੋਰਟ ਪੜ੍ਹੀ ਸੀਗੀ ਕਿ ਪੰਜਾਬ ਵਿੱਚ ਜਿਹੜੇ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਹੋਏ ਆ, ਉਹਨਾਂ ਲਈ ਜਿਹੜੇ ਮਨੋਰੋਗ ਦੇ ਮਾਹਰ ਡਾਕਟਰ ਆ ਉਹ ਪੰਜਾਬ 'ਚ ਨਹੀਂ ਮਿਲ ਰਹੇ, ਕਾਰਨ ਕੋਈ ਵੀ ਹੋਵੇ। ਪੰਜਾਬ ਸਰਕਾਰ ਨੇ ਵੀ ਕਪੂਰਥਲਾ ਹਾਊਸ ਜਾ ਕੇ ਇੰਟਰਵਿਊ ਕੀਤੀ ਸੀਗੀ ਕਿ ਦੂਜੇ ਰਾਜਾਂ ਤੋਂ ਲਿਆਈਏ। ਇੱਕ ਤਾਂ ਇਹ ਕਿ ਦੂਜੇ ਰਾਜਾਂ ਤੋਂ ਮਾਹਰ ਡਾਕਟਰ ਆਏ ਨਹੀਂ ਮਨੋਰੋਗ ਦੇ, ਦੂਜਾ ਇਹ ਸੀਗਾ ਕਿ ਪੰਜਾਬ ਦੇ ਕਲਚਰ ਨੂੰ ਉਹ ਜਾਣਦੇ ਨਹੀਂ ਸੀ, ਜੋ ਆ ਵੀ ਜਾਂਦੇ ਤਾਂ ਉਹ ਇਲਾਜ ਨਹੀਂ ਸੀ ਕਰ ਸਕਣਾ। ਤੁਸੀਂ ਇਹ ਦੱਸੋ ਮੈਨੂੰ ਵੀ ਜੇ ਪੰਜਾਬ ਦੇ ਨਸ਼ਾ ਛੁਡਾਊ ਕੇਂਦਰ ਜਿਹੜੇ ਸਰਕਾਰੀ ਆ, ਪਹਿਲੀ ਗੱਲ ਤਾਂ ਉਹ ਵੀ ਬਹੁਤ ਸਾਰੀਆਂ ਜਿਹੜੀ ਸ਼ਰਤਾਂ ਆ ਪੂਰੀਆਂ ਨਹੀਂ ਕਰਦੇ, ਸਟਾਫ ਵੀ ਹੈ ਨਹੀਂ, ਮੁੱਢਲਾ ਆਧਾਰੀ ਢਾਂਚਾ ਵੀ ਹੈ ਨਹੀਂਗਾ, ਪਰ ਜੇ ਸਰਕਾਰ ਦੇ ਆਪਣੇ ਬੰਦੋਬਸਤ ਕਾਫੀ ਹੋਣ ਤਾਂ ਫਿਰ ਲੋਕਾਂ ਨੂੰ ਪ੍ਰਾਈਵੇਟਾਂ ਵਿੱਚ ਜਾਣ ਦੀ ਲੋੜ ਕਿਉਂ ਪਵੇ? ਜਾਂ ਕੀ ਸਰਕਾਰ ਕੋਲੇ, ਸਿਹਤ ਵਿਭਾਗ ਕੋਲੇ ਇੰਨੇ ਕੁ ਸਾਧਨ ਨਹੀਂ ਹੈਗੇ ਕਿ ਉਹ ਇਲੀਗਲ ਨਸ਼ਾ ਛੁਡਾਊ ਕੇਂਦਰਾਂ ਨੂੰ ਬੰਦ ਕਰ ਸਕਣ, ਉਹਨਾਂ ਦੇ ਨੱਥ ਪਾ ਸਕਣ? ਜੀ ਦੇਖੋ, ਇੱਦਾਂ ਹੈ ਕਿ ਜਿਹੜੇ ਪਹਿਲਾਂ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੀ ਮੈਂ ਗੱਲ ਕਰ ਲਾਂ ਕਿ ਉਹਦੇ ਵਿੱਚ ਜਿਹੜਾ ਇਹ ਕਿਹਾ ਜਾਂਦਾ ਕਿ ਸਟਾਫ ਦੀ ਕਮੀ ਹੈ, ਤਾਂ ਇਸ ਤਰ੍ਹਾਂ ਦਾ ਨਹੀਂ ਹੈ ਕੁਝ ਵੀ ਇਸ਼ੂ, ਕਿਉਂਕਿ 2014 ਵਿੱਚ ਗਵਰਨਮੈਂਟ ਵੱਲੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਵੀ ਜਿਸ ਵਿੱਚ ਕਿ ਡਿਸਟ੍ਰਿਕਟ ਡੀ ਐਡਿਕਸ਼ਨ ਐਂਡ ਰੀਹੈਬਿਲਿਟੇਸ਼ਨ ਸੁਸਾਇਟੀਜ਼ ਜਿਹੜੀਆਂ ਹਰ ਜ਼ਿਲ੍ਹੇ ਦੇ ਵਿੱਚ ਬਣਾ ਦਿੱਤੀਆਂ ਗਈਆਂ ਸੀ ਮਾਨਯੋਗ ਡਿਪਟੀ ਕਮਿਸ਼ਨਰਸ ਦੇ ਅੰਡਰ। ਸੋ ਉਹਦਾ ਕੰਮ ਇਹੀ ਹੈ ਕਿ ਜੋ ਤੁਸੀਂ ਕੋਈ ਵੀ ਐਕਟੀਵਿਟੀਜ਼ ਜ਼ਿਲ੍ਹੇ ਦੇ ਵਿੱਚ ਨਸ਼ਾ ਛੁਡਾਉਣ ਦੇ ਰਿਲੇਟਡ ਕਰਨੀ ਹੈ, ਉਹ ਤੁਸੀਂ ਆਪਣੇ ਲੈਵਲ ਤੇ, ਬਜਾਏ ਕਿ ਤੁਸੀਂ ਹੈੱਡਕੁਆਟਰ ਨੂੰ ਹਰ ਚੀਜ਼ ਪੁੱਛਦੇ ਰਹੋ, ਤੁਸੀਂ ਆਪਣੇ ਲੈਵਲ ਤੇ ਉਹਨਾਂ ਨੂੰ ਪਲਾਨ ਕਰਨਾ ਹੈ, ਸੁਸਾਇਟੀ ਦੇ ਵਿੱਚ ਡਿਸਾਈਡ ਕਰਨਾ ਔਰ ਉਹਨੂੰ ਇੰਪਲੀਮੈਂਟ ਕਰਨਾ ਹੈ। ਉਹਦੀ ਇਨਫੋਰਮੇਸ਼ਨ ਜ਼ਰੂਰ ਸਰਕਾਰ ਨੂੰ ਭੇਜਣੀ ਹੈ ਕਿ ਜਾਂ ਤੁਸੀਂ ਬਹੁਤ ਜ਼ਿਆਦਾ ਕੁਝ ਨਵਾਂ, ਕੁਝ ਅਲੱਗ ਤਰ੍ਹਾਂ ਦਾ ਕੁਝ ਕਰਨਾ ਚਾਹੁੰਦੇ ਹੋ ਤਾਂ ਉਹਦੀ ਇਨਫੋਰਮੇਸ਼ਨ ਜ਼ਰੂਰ ਭੇਜਣੀ ਹੈ। ਔਰ ਉਹਦੇ ਵਿੱਚ ਇਹ ਵੀ ਪ੍ਰੋਵੀਜ਼ਨ ਹੈ ਕਿ ਜਿੱਥੇ ਵੀ ਸਟਾਫ ਦੀ ਲੋੜ ਹੈ, ਜਿੱਥੇ ਵੀ ਜਿਸ ਤਰ੍ਹਾਂ ਦਾ ਵੀ ਸਟਾਫ ਚਾਹੀਦਾ ਹੈ, ਜੋ ਗਵਰਨਮੈਂਟ ਦੀਆਂ ਹਦਾਇਤਾਂ ਮੁਤਾਬਕ ਉਹਨੂੰ ਸਟਾਫ ਨੂੰ ਰਿਕਰੂਟ ਕਰਨਾ, ਉਹ ਵੀ ਇਸ ਸੁਸਾਇਟੀ ਦਾ ਕੰਮ ਹੈ। ਸੋ ਉਹਦੇ ਵਿੱਚ ਜੇ ਮੈਂ ਕਹਾਂ ਕਿ ਜਿੰਨੇ ਡਿਸਟ੍ਰਿਕਟਸ, ਮੈਂ ਕਪੂਰਥਲਾ ਡਿਸਟ੍ਰਿਕਟ ਦੀ ਗੱਲ ਕਰਾਂ ਜਾਂ ਆਸ-ਪਾਸ ਦੇ ਜਿੰਨੇ ਡਿਸਟ੍ਰਿਕਟਸ ਮੇਰੇ ਦੇ ਧਿਆਨ ਵਿੱਚ ਹੈ, ਕਿਤੇ ਵੀ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਸਟਾਫ ਦੀ ਕਮੀ ਨਹੀਂ ਹੈ, ਕਿਉਂਕਿ ਉਹ ਅਸੀਂ ਲੋਕਲ ਲੈਵਲ ਤੇ ਹੀ ਸਾਰਾ ਰੱਖਣਾ ਹੈ, ਤਾਂ ਉਹ ਲੋਕਲ ਲੈਵਲ ਤੇ ਉਹ ਮੈਨੇਜ ਹੋ ਜਾਂਦਾ ਹੈ। ਉਹਨਾਂ ਦੇ ਵਾਸਤੇ ਸੈਲਰੀ ਜਾਂ ਉਹਨਾਂ ਵਾਸਤੇ ਫੰਡ ਜਿਹੜੇ ਉਹ ਜ਼ਰੂਰ ਸਰਕਾਰ ਵੱਲੋਂ ਆਉਂਦੇ ਹੈ, ਪਰ ਉਹਦੇ 'ਚ ਅੱਜ ਤੱਕ ਇਸ ਤਰ੍ਹਾਂ ਦੀ ਸਟਾਫ ਵਾਲੀ ਕਮੀ ਕਦੀ ਦੇਖਣ ਨੂੰ ਨਹੀਂ ਮਿਲੀ। ਪ੍ਰਾਈਵੇਟ ਸੈਂਟਰਾਂ ਦੀ ਜੇ ਮੈਂ ਗੱਲ ਕਰਾਂ ਤਾਂ ਉਹਦੇ ਵਿੱਚ ਇਹ ਹੈ ਕਿ ਉਹਨਾਂ ਵਾਸਤੇ ਇਸ ਟਾਈਮ ਵੀ ਬੜੀਆਂ ਸਟ੍ਰਿਕਟ ਇੰਸਟਰਕਸ਼ਨਸ ਜਿਹੜੀਆਂ ਗਵਰਨਮੈਂਟ ਵੱਲੋਂ ਹਦਾਇਤਾਂ ਜਾਰੀ ਹੈ ਕਿ ਉਹਨਾਂ ਦੇ ਵਾਸਤੇ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਜਿਹੜੇ ਰਜਿਸਟਰਡ ਨਸ਼ਾ ਛੁਡਾਊ ਕੇਂਦਰ ਹੈ ਉਹ ਜਾਂ ਰੀਹੈਬਿਲਿਟੇਸ਼ਨ ਸੈਂਟਰਸ ਹੈ, ਉਹਨਾਂ ਨੂੰ ਸਮੇਂ-ਸਮੇਂ ਸਿਰ ਚੈੱਕ ਕੀਤਾ ਜਾਂਦਾ ਹੈ ਤਾਂ ਕਿ ਉੱਥੇ ਜਿਹੜੀ ਸਟਾਫ ਦੀ ਅਵੇਲੇਬਿਲਿਟੀ ਹੈ, ਮੈਡੀਸਿਨ ਦੀ ਅਵੇਲੇਬਿਲਿਟੀ ਹੈ, ਪੇਸ਼ੈਂਟਸ ਨਾਲ ਕਿਸ ਤਰ੍ਹਾਂ ਡੀਲ ਕੀਤਾ ਜਾਂਦਾ, ਉਹ ਸਾਰੀ ਜਿਹੜੀ ਹੈ ਇਸੇ ਸੁਸਾਇਟੀ ਵੱਲੋਂ ਇਹਨਾਂ ਚੀਜ਼ਾਂ ਤੇ ਵੀ ਮੋਨੀਟਰਿੰਗ ਕੀਤੀ ਜਾਂਦੀ ਹੈ। ਸੋ ਇਹ ਚੀਜ਼ ਜਿਹੜੀ ਬਹੁਤ ਘਟ ਗਈ ਹੈ ਕਿ ਜਿਹੜੇ ਐਕਸਪਲੋਇਟ ਕਰਨਾ ਪੇਸ਼ੈਂਟਸ ਨੂੰ ਜਾਂ ਗਲਤ ਤਰੀਕੇ ਨਾਲ ਕੰਮ ਕਰਨਾ, ਸੋ ਉਹ ਚੀਜ਼ ਹੁਣ ਨਹੀਂ ਦੇਖਣ ਵਿੱਚ ਆਉਂਦੀ। ਹਾਂ, ਇਹ ਜ਼ਰੂਰ ਹੈ ਕਿ ਜਿਹੜਾ ਤੁਸੀਂ ਕਿਹਾ ਕਿ ਸਰਕਾਰ ਵੱਲੋਂ ਇਹਨੂੰ ਆਪਣੇ ਡੀ ਐਡਿਕਸ਼ਨ ਪ੍ਰੋਗਰਾਮ ਇੰਨੇ ਕੁ ਜ਼ਿਆਦਾ ਵਧਾ ਲਏ ਜਾਣ ਕਿ ਬਾਕੀ ਲੋੜ ਹੀ ਨਾ ਹੋਏ। ਸੋ ਉਹਦੇ ਵਾਸਤੇ ਮੈਂ ਕਹਾਂਗਾ ਕਿ ਡੀ ਐਡਿਕਸ਼ਨ ਪ੍ਰੋਗਰਾਮ ਪੰਜਾਬ ਵਿੱਚ ਜਿੰਨੇ ਕੁ ਡੀ ਐਡਿਕਸ਼ਨ ਸੈਂਟਰਸ ਹੈ, ਓਟ ਕਲੀਨਿਕਸ ਹੈ, ਰੀਹੈਬਿਲਿਟੇਸ਼ਨ ਸੈਂਟਰਸ ਹੈ, ਇਹ ਕੋਈ 10-12 ਸਟੇਟਸ ਮੈਂ ਕੰਟਰੀ ਦੀਆਂ ਵਿਜ਼ਿਟ ਕੀਤੀਆਂ, ਉਹਨਾਂ ਵਿੱਚ ਕਿਤੇ ਵੀ ਇਦਾਂ ਦੀਆਂ ਸਰਵਿਸਿਜ਼ ਦੇਖਣ ਨੂੰ ਨਹੀਂ ਮਿਲਦੀਆਂ। ਸੋ ਬੜੀ ਵੱਡੀ ਅਚੀਵਮੈਂਟ ਹੈ ਕਿ ਗਵਰਨਮੈਂਟ ਵੱਲੋਂ ਇਹਨਾਂ ਸੈਂਟਰਸ ਨੂੰ ਜਿਹੜਾ ਵਧੀਆ ਤਰ੍ਹਾਂ ਨਾਲ ਮੇਨਟੇਨ ਕੀਤਾ ਜਾ ਰਿਹਾ, ਸਸਟੇਨ ਕੀਤਾ ਜਾ ਰਿਹਾ, ਉਹਨਾਂ ਨੂੰ ਚਲਾਇਆ ਜਾ ਰਿਹਾ। ਔਰ ਦੂਸਰਾ ਇਹ ਕਿ ਪ੍ਰਾਈਵੇਟ ਸੈਕਟਰ ਤੋਂ ਬਿਨਾਂ ਸਿਰਫ ਸਰਕਾਰੀ ਤੰਤਰ ਦੇ ਨਾਲ ਅਸੀਂ ਕਹੀਏ ਕਿ ਸਾਰੇ ਪ੍ਰੋਗਰਾਮਸ ਇੰਪਲੀਮੈਂਟ ਕਰਦੇ ਤਾਂ ਉਹ ਪੋਸੀਬਲ ਨਹੀਂ ਹੁੰਦਾ, ਕਿਉਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਹੁੰਦੇ ਕਿ ਜਿਹੜੇ ਸਰਕਾਰੀ ਹਸਪੀਟਲ ਵਿੱਚ ਆਉਣਾ, ਲਾਈਨ ਵਿੱਚ ਲੱਗਣਾ, ਉਹ ਸਾਰੀ ਚੀਜ਼ਾਂ ਅਵੋਇਡ ਕਰਨਾ ਚਾਹੁੰਦੇ ਆ। ਔਰ ਇਸ ਕਰਕੇ ਸਰਕਾਰੀ ਜਿਹੜੇ ਸੈਂਟਰਸ ਹੈ, ਸਰਕਾਰੀ ਸੈਂਟਰਸ ਦਾ ਹੋਣਾ ਉਹ ਵੀ ਜ਼ਰੂਰੀ ਹੈ ਕਿ ਇਹ ਸਾਰਾ ਸਿਸਟਮ ਜਿਹੜਾ ਪੈਰਲਲ ਚੱਲਦਾ ਰਹਿ ਸਕੇ ਔਰ ਵਧੀਆ ਤਰ੍ਹਾਂ ਚੱਲਦਾ ਰਹਿ ਸਕੇ। ਸਿਰਫ ਉਹਨਾਂ ਵਾਸਤੇ ਅਸੀਂ ਆਪਣੇ ਪੱਧਰ ਤੇ ਸਟ੍ਰਿਕਟ ਮੋਨੀਟਰਿੰਗ ਜਿਹੜੀ ਹੈ ਉਹ ਜ਼ਰੂਰ ਕੰਟੀਨਿਊ ਕਰਕੇ ਰੱਖੀਏ। ਡਾਕਟਰ ਭੋਲਾ, ਮੇਰੇ ਮਨ 'ਚ ਇੱਕ ਸਵਾਲ ਆ ਰਿਹਾ, ਤੁਸੀਂ ਹੈ ਤਾਂ ਸਿਹਤ ਵਿਭਾਗ ਦੇ ਅਧਿਕਾਰੀ ਹੋ, ਪਰ ਕਿਉਂਕਿ ਮੇਰੇ ਮਨ 'ਚ ਸਵਾਲ ਆ ਉਹ ਮੈਨੂੰ ਸ਼ਾਇਦ ਇੱਕ ਥੋੜ੍ਹੇ ਜਿਹੇ ਸਾਡੇ ਜਿਹੜੇ ਦਰਸ਼ਕ ਉਹਨਾਂ ਲਈ ਸਪਸ਼ਟ ਹੋ ਜਾਊਗਾ। ਬਹੁਤ ਸਾਰੀਆਂ ਰਿਪੋਰਟਾਂ, ਖਬਰਾਂ ਛਪਦੀਆਂ ਰਹੀਆਂ ਕਿ ਨਸ਼ਾ ਛੁਡਾਊ ਕੇਂਦਰਾਂ 'ਚ ਨਸ਼ਿਆਂ ਦੀ ਸਪਲਾਈ ਹੁੰਦੀ ਆ। ਜਿਹੜੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਸਰਕਾਰੀ ਦੀ ਗੱਲ ਕਰ ਲਵਾਂ ਮੈਂ, ਕਿ ਜਿੱਥੇ ਦਾਖਲ ਹੁੰਦੇ ਆ ਪੇਸ਼ੈਂਟ, ਉਹਨਾਂ ਨੂੰ ਜਿੱਥੇ ਸਟਾਫ ਹੁੰਦਾ, ਚਾਹੇ ਉਹ ਆਪਾਂ ਕਹਿ ਲਈਏ ਕਿ ਜਿਹੜੇ ਪੀਐਨ ਹੁੰਦੇ ਆ ਜਾਂ ਜਿਹੜਾ ਸਾਫ਼ ਸੁਥਰਾ ਸਟਾਫ ਹੁੰਦਾ, ਉਹ ਬਾਹਰੋਂ ਨਸ਼ੇ ਲਿਆ ਕੇ ਦੇਂਦੇ ਆ। ਇੱਕ ਤਾਂ ਥੋੜ੍ਹਾ ਦੱਸ ਦਿਓ ਕਿ ਸੱਚ ਵਿੱਚ ਅਸੀਂ ਤੁਹਾਡੇ ਕੋਲ ਵੀ ਸ਼ਿਕਾਇਤਾਂ ਮਿਲੀਆਂ, ਇੱਕ ਤਾਂ ਇਹ, ਦੂਜਾ ਇਹ ਕਿ ਜਿਹੜਾ ਨਸ਼ੇ ਛੁਡਾਉਣ ਲਈ
ਉਹ ਤੋਂ ਹਲਕੇ ਪੱਧਰ ਦਵਾਈ ਦਿੱਤੀ ਜਾਂਦੀ ਆ, ਉਹ ਪ੍ਰੋਸੀਜਰ ਠੀਕ ਆ? ਕੀ ਉਹਦੇ ਨਾਲ ਰਿਪੋਰਟਾਂ ਤਾਂ ਇਹ ਆ ਰਹੀਆਂ ਕਿ ਮੁੜ ਕੇ ਫੇਰ ਬਾਹਰ ਆ ਕੇ ਬੱਚੇ ਲੱਗ ਪੈਂਦੇ ਆ? ਇਹ ਦੋਨਾਂ 'ਚ ਥੋੜ੍ਹਾ ਜਿਹਾ ਤੁਸੀਂ ਇਹਨੂੰ ਸਪਸ਼ਟ ਕਰ ਦਿਓ ਤਾਂ ਕਿ ਜਿਹੜੇ ਬੱਚਿਆਂ ਦੇ ਪੇਰੈਂਟਸ ਆ ਕੁਝ ਉਹਨਾਂ ਨੂੰ ਵੀ ਸਪਸ਼ਟ ਹੋ ਜਾਏ ਤੇ ਉਹ ਵੀ ਜਿਹੜਾ ਆ ਇਹਨੂੰ ਸਾਰੇ ਹਾਲਾਤਾਂ ਨੂੰ ਸਮਝ ਸਕਣ। ਹਾਂਜੀ ਡਾਕਟਰ ਭੋਲਾ, ਹੈਲੋ। ਡਾਕਟਰ ਸਾਹਿਬ ਦਾ ਸੰਪਰਕ ਸਾਡੇ ਨਾਲ ਟੁੱਟ ਗਿਆ। ਡਾਕਟਰ ਸਾਹਿਬ ਨੂੰ ਜਿਹੜਾ ਮੈਂ ਸਵਾਲ ਕਰਨਾ ਚਾਹਿਆ ਸੀਗਾ ਉਹ ਇਹ ਸੀਗਾ ਕਿ ਪੰਜਾਬ ਦੇ ਜਿਹੜੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਆ ਉਹਨਾਂ ਵਿੱਚ ਬਹੁਤ ਸਾਰੀਆਂ ਰਿਪੋਰਟਾਂ ਆਈਆਂ ਕਿ ਜਿਹੜੇ ਨਸ਼ਾ ਦੀ ਤਸਕਰੀ ਆ, ਸਪਲਾਈ ਆ, ਉਹ ਅੰਦਰ ਹੁੰਦੀ ਆ, ਨਸ਼ਿਆਂ ਦੀ ਸਮਗਲਿੰਗ ਹੁੰਦੀ ਆ। ਦੂਜੇ ਸ਼ਬਦਾਂ ਵਿੱਚ ਇਹ ਕਿ ਜਿਹੜੇ ਮਰੀਜ਼ ਅੰਦਰ ਨਸ਼ਾ ਛੁਡਾਉਣ ਲਈ ਦਾਖਲ ਕੀਤੇ ਜਾਂਦੇ ਆ ਉਹ ਆਪਣੀ ਜੇਬ 'ਚੋਂ ਜਿਹੜਾ ਪੈਰਾਮੈਡੀਕਲ ਸਟਾਫ ਆ ਜਾਂ ਹੇਠਲਾ ਸਟਾਫ ਦਰਜਦਾਰ ਮੁਲਾਜ਼ਮ ਆ ਉਹਨਾਂ ਨੂੰ ਪੈਸੇ ਦੇ ਕੇ। ਡਾਕਟਰ ਸਾਹਿਬ ਜੁੜ ਗਏ ਤੁਸੀਂ ਜੀ? ਹੈਲੋ ਜੀ ਡਾਕਟਰ ਸਾਹਿਬ, ਮੈਂ ਸਵਾਲ ਇਹ ਕੀਤਾ ਸੀਗਾ ਕਿ ਜਿਹੜੀਆਂ ਰਿਪੋਰਟਾਂ ਕਈ ਵਾਰੀ ਆਈਆਂ ਕਿ ਜਿਹੜੇ ਨਸ਼ਾ ਛੁਡਾਊ ਕੇਂਦਰ ਆ ਉਹਨਾਂ ਵਿੱਚ ਕਈ ਵਾਰੀ ਨਸ਼ਿਆਂ ਦੀ ਸਮਗਲਿੰਗ ਹੁੰਦੀ ਆ। ਜਿਹੜਾ ਹੇਠਲਾ ਸਟਾਫ ਆ ਉਹ ਜਿਹੜੇ ਨਸ਼ੇੜੀ ਆ ਆਪਣੇ ਕੋਲੋਂ ਪੈਸੇ ਦੇਣ ਦੇ ਆਪਣੀ ਜੇਬ 'ਚੋਂ ਬਾਹਰੋਂ ਨਸ਼ਾ ਮੰਗਾ ਲੈਂਦੇ ਆ। ਇੱਕ ਤਾਂ ਇਹ ਸਵਾਲ ਆ ਕਿ ਤੁਹਾਡੇ ਕੋਲ ਕੀ ਇਹੋ ਸ਼ਿਕਾਇਤਾਂ ਆਈਆਂ? ਦੂਜਾ ਇਹ ਕਿ ਕੀ ਇਹ ਠੀਕ ਹੈ ਪ੍ਰੋਸੀਜਰ ਕਿ ਨਸ਼ਾ ਛੁਡਾਉਣ ਲਈ ਜਿਵੇਂ ਆਪਾਂ ਕਹਿੰਦੇ ਆ ਵੀ ਉਹ ਵੱਡੇ ਨਸ਼ੇ ਬੰਦ ਕਰਕੇ ਜਿਹੜੀਆਂ ਦੂਜੀਆਂ ਗੋਲੀਆਂ ਬਿਪਰੋਨੋਰਫਨ ਆ ਜਾਂ ਉਹ ਦੇ ਦਿਓ, ਇਸ ਤਰ੍ਹਾਂ ਘਟਦੇ ਜਾਣਗੇ, ਪਰ ਹੁੰਦਾ ਇਹ ਹੈ ਕਿ ਬੱਚੇ ਫੇਰ ਆ ਕੇ ਬਾਹਰ ਸ਼ੁਰੂ ਕਰ ਲੈਂਦੇ ਆ। ਇਹ ਤੁਸੀਂ ਦੋਨਾਂ ਬਾਰੇ ਥੋੜੀ ਜਾਣਕਾਰੀ ਦਿਓ ਤਾਂ ਕਿ ਪੇਰੈਂਟਸ ਨੂੰ ਥੋੜੀ ਜਿਹੜੀ ਆ ਉਹ ਸੌਖ ਹੋ ਜਾਏ ਜੀ। ਮੈਂ ਪਹਿਲੀ ਚੀਜ਼ ਦਾ ਜਵਾਬ ਦੇ ਦਾਂ ਕਿ ਜਿਹੜੇ ਤੁਸੀਂ ਕਿਹਾ ਕਿ ਸਮਗਲਿੰਗ ਇਸ ਤਰ੍ਹਾਂ ਨਾਲ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਦੇ ਤੇ ਮੈਂ ਬਾਕੀ ਜਗ੍ਹਾ ਤੇ ਮੈਂ ਇਨਕਾਰ ਨਹੀਂ ਕਰਦਾ ਕਿ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਨਹੀਂ ਆਉਂਦੀਆਂ, ਇਸ ਤਰ੍ਹਾਂ ਦੇ ਇਸ਼ੂਜ਼ ਨਹੀਂ ਆਉਂਦੇ। ਮੈਂ ਕਪੂਰਥਲਾ ਦਾ ਡਰੱਗ ਡੀਡਿਕਸ਼ਨ ਸੈਂਟਰ ਜਿਹੜਾ ਸਰਕਾਰੀ ਹੈ ਉਹਦੀ ਗਰੰਟੀ ਨਾਲ ਕਹਿ ਸਕਦਾ ਕਿ ਉਹਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਐਂਟਰ ਕਰੇ, ਨਾ ਅੱਜ ਤੱਕ ਕੋਈ ਕੰਪਲੇਂਟ ਕਦੀ ਆਈ ਹੈ ਨਾ, ਕਿਉਂਕਿ ਇਸ ਚੀਜ਼ ਤੇ ਬੜੀ ਜ਼ਿਆਦਾ ਸਟ੍ਰਿਕਟਨੈਸ ਔਰ ਜਿਹੜਾ ਸਟਾਫ ਹੈ ਮੇਰੇ ਕੋਲ, ਮੈਂ ਉਹਨੇ ਤਾਂ ਪੂਰਾ ਟਰਸਟ ਕਰ ਸਕਦਾ ਔਰ ਉਹਨਾਂ ਵੱਲੋਂ ਕਹਿ ਸਕਦਾ ਕਿ ਇਸ ਤਰ੍ਹਾਂ ਦੀ ਚੀਜ਼ ਇੱਥੇ ਨਹੀਂ ਹੁੰਦੀ। ਦੂਸਰੀ ਚੀਜ਼ ਕਿ ਬਹੁਤ ਸਾਰੇ ਕੇਸਿਸ ਵਿੱਚ ਬਹੁਤ ਸਾਰੀ ਜਗ੍ਹਾ ਤੇ ਇਹ ਦੇਖਣ ਵਿੱਚ ਮਿਲਿਆ ਆਉਂਦਾ ਹੈ ਕਿ ਮਰੀਜ਼ ਨੂੰ ਜਿਹੜੀ ਡਰੱਗਸ ਹੈ ਜਾਂ ਕੋਈ ਹੋਰ ਚੀਜ਼ ਲਿਆ ਕੇ ਉਹ ਘਰਦਿਆਂ ਦੇ ਵੱਲੋਂ ਲਿਆ ਕੇ ਦੇ ਦਿੱਤੀ ਜਾਂਦੀ ਹੈ, ਕਿ ਜਿਸ ਤੇ ਅਸੀਂ ਇੱਥੇ ਵੀ ਉਸ ਚੀਜ਼ ਤੇ ਵੀ ਬਹੁਤ ਸਟ੍ਰਿਕਟਨੈਸ ਰੱਖਦੇ ਹਾਂ। ਉਹਦੇ ਵਿੱਚ ਤੀਸਰੀ ਚੀਜ਼ ਇਹ ਜਿਹੜਾ ਕਾਰਨ ਸਮਝ ਆਉਂਦਾ ਕਿ ਜਦੋਂ ਮਰੀਜ਼ ਦਾਖਲ ਹੋ ਗਿਆ, ਕਿਉਂਕਿ ਅਸੀਂ ਜਿਸ ਤਰ੍ਹਾਂ ਵੋਲੰਟਰੀ ਐਡਮਿਸ਼ਨਸ ਕਰਦੇ ਹਾਂ, ਅਸੀਂ ਜ਼ਬਰਦਸਤੀ ਪੇਸ਼ੈਂਟ ਨੂੰ ਨਹੀਂ ਦਾਖਲ ਕਰਦੇ, ਉਹਦੀ ਮਰਜ਼ੀ ਨਾਲ ਦਾਖਲ ਕਰਦੇ ਹਾਂ। ਜੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਪੇਸ਼ੈਂਟ ਨੂੰ ਕਿ ਉਹਨੂੰ ਨਸ਼ੇ ਦੀ ਫਿਰ ਵੀ ਲੋੜ ਮਹਿਸੂਸ ਹੋ ਰਹੀ ਹੈ, ਹੋਰ ਨਸ਼ਾ ਕਰਨ ਦੀ ਲਈ ਉਹਦਾ ਮਨ ਜਿਹੜੀ ਕ੍ਰੇਵਿੰਗ ਹੋ ਰਹੀ ਹੈ, ਉਹਦਾ ਮਨ ਕਰ ਰਿਹਾ ਕਰਨ ਨੂੰ, ਉਹਦੇ ਵਿੱਚ ਕਮੀ ਜਿਹੜੀ ਹੈ ਉਹ ਮੈਡੀਸਿਨ ਦੀ ਕਮੀ ਹੈ ਕਿ ਦਵਾਈ ਜਿਹੜੀ ਹੈ ਉਹਨੂੰ ਪੂਰੀ ਨਹੀਂ ਦਿੱਤੀ ਜਾ ਰਹੀ, ਕਿ ਜਿਸ ਨਾਲ ਉਹਦੀ ਤੋੜ ਜਿਹੜੀ ਖਤਮ ਹੋ ਰਹੀ ਹੈ, ਉਹਦੀ ਕ੍ਰੇਵਿੰਗ ਖਤਮ ਹੋ ਰਹੀ ਹੈ। ਆਮ ਤੌਰ ਤੇ ਇਹਦੇ ਵਿੱਚ ਐਗਜ਼ਾਮਪਲ ਆਉਂਦੀ ਹੈ ਟੋਬੈਕੋ ਦੀ, ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਸਿਗਰਟ, ਬੀੜੀ, ਤੰਬਾਕੂ ਯੂਜ਼ ਕਰਦੇ ਹੈ, ਉਹਨਾਂ ਨੂੰ ਅਸੀਂ ਦਾਖਲ ਕਰ ਲੈਂਦੇ ਹਾਂ, ਪਰ ਉਹਨਾਂ ਨੂੰ ਚਿੱਟੇ ਦੇ ਵਾਸਤੇ ਤਾਂ ਅਸੀਂ ਦਵਾਈ ਦੇਣੀ ਸ਼ੁਰੂ ਕਰ ਦਿੱਤੀ, ਪਰ ਉਹਦੇ ਤੰਬਾਕੂ ਵਾਸਤੇ ਅਸੀਂ ਦਵਾਈ ਨਹੀਂ ਦੇ ਰਹੇ। ਸੋ ਜ਼ਰੂਰੀ ਹੈ ਕਿ ਉਸ ਚੀਜ਼ ਦਾ ਵੀ ਇਲਾਜ ਜਿਹੜਾ ਹੱਲ ਜਿਹੜਾ ਕੀਤਾ ਜਾਵੇ ਔਰ ਰੋਜ਼ ਦੇ ਰੋਜ਼ ਪੇਸ਼ੈਂਟ ਦੀ ਜੋ ਵੀ ਪ੍ਰੋਬਲਮਸ ਹੈ ਉਹ ਸੁਣ ਕੇ ਉਹਦੇ ਅਕੋਰਡਿੰਗਲੀ ਉਹਨਾਂ ਦਾ ਸੋਲੂਸ਼ਨ ਵੀ ਕੀਤਾ ਜਾਵੇ। ਜਦੋਂ ਇਹ ਸਾਰੀਆਂ ਚੀਜ਼ਾਂ ਅਸੀਂ ਕਰ ਲੈਂਦੇ ਹਾਂ ਤਾਂ ਉਹ ਫਿਰ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਸਮਗਲ ਕਰਕੇ ਕੋਈ ਚੀਜ਼ ਲੈ ਕੇ ਆਉਣ ਦੀ ਜ਼ਰੂਰਤ ਰਹਿ ਨਹੀਂ ਜਾਂਦੀ। ਦੂਸਰੀ ਜਿਹੜੀ ਚੀਜ਼ ਤੁਸੀਂ ਜਿਹੜੀ ਦੂਸਰੀ ਚੀਜ਼ ਤੁਸੀਂ ਕਹੀ ਹੈ ਕਿ ਬਿਊਪਰਨੋਰਫਿਨ ਜਿਹੜੀ ਮੈਡੀਸਿਨ ਹੈ ਜਾਂ ਇਸ ਤਰ੍ਹਾਂ ਦੀਆਂ ਮੈਥਾਡੋਨ ਹੈ, ਇਹ ਹਲਕੇ ਨਸ਼ੇ ਹੈ ਜਾਂ ਉਹਨਾਂ ਨਸ਼ੇ ਦੇ ਬਦਲੇ ਨਸ਼ਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੇਖੋ, ਇੱਕ ਐਵੀਡੈਂਸ ਬੇਸਡ ਇੱਕ ਟ੍ਰੀਟਮੈਂਟ ਮੋਡੈਲਿਟੀ ਹੈ ਕਿ ਜਿਹੜੀ ਵਰਲਡ ਓਵਰ ਬਹੁਤ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ, ਪੂਰੇ ਵਰਲਡ ਦੇ ਵਿੱਚ ਇਸ ਚੀਜ਼ ਨਾਲ ਇਲਾਜ ਕੀਤਾ ਜਾਂਦਾ ਹੈ। ਸੋ ਇਹ ਗਲਤ ਨਹੀਂ ਹੈ, ਇਹਨੂੰ ਅਸੀਂ ਕਈ ਵਾਰੀ ਪ੍ਰੈਜ਼ੈਂਟ ਗਲਤ ਤਰੀਕੇ ਨਾਲ ਕਰ ਦਿੰਦੇ ਹਾਂ ਕਿ ਇੱਕ ਨਸ਼ਾ ਛੁਡਾ ਕੇ ਦੂਸਰਾ ਨਸ਼ਾ ਸ਼ੁਰੂ ਕਰ ਦਿੱਤਾ, ਪਰ ਮੈਂ ਉਹਦੇ ਵਿੱਚ ਥੋੜਾ ਜਿਹਾ ਤੇ ਡਿਫਰ ਕਰਦਾ ਕਿ ਇੱਕ ਅਸੀਂ ਇਲੀਗਲ ਨਸ਼ਾ ਕੋਈ ਵਿਅਕਤੀ ਕਰ ਰਿਹਾ ਸੀ, ਅਸੀਂ ਉਹਨੂੰ ਲੀਗਲ ਮੈਡੀਸਿਨ ਦਿੱਤੀ ਹੈ, ਨਸ਼ਾ ਨਹੀਂ ਦੇ ਰਹੇ, ਲੀਗਲ ਮੈਡੀਸਿਨ ਜਿਹੜੀ ਐਵੀਡੈਂਸ ਬੇਸਡ ਹੈ, ਜਿਹੜੀ ਕਿ ਪੂਰੀ ਦੁਨੀਆ ਦੇ ਵਿੱਚ ਜਿਹਦੇ ਤੇ ਬਹੁਤ ਜ਼ਿਆਦਾ ਰਿਸਰਚ ਹੋਈ ਹੈ, ਜਿਹਦੇ ਤੇ ਬਹੁਤ ਜ਼ਿਆਦਾ ਗੱਲਬਾਤ ਹੋਈ ਹੈ, ਡਿਸਕਸ਼ਨ ਹੋਈ, ਉਸ ਤੋਂ ਬਾਅਦ ਇੰਡੀਆ ਦੇ ਵਿੱਚ ਇੰਟਰੋਡਿਊਸ ਹੋਈ ਹੈ ਔਰ ਚੱਲ ਰਹੀ ਹੈ, ਜਿਹਦੇ ਨਾਲ ਕਿ ਪੇਸ਼ੈਂਟਸ ਨੂੰ ਫਾਇਦਾ ਹੋ ਰਿਹਾ ਹੈ, ਪੇਸ਼ੈਂਟਸ ਦੀ ਤੋੜ ਖਤਮ ਹੋ ਰਹੀ ਹੈ, ਪੇਸ਼ੈਂਟ ਦੀ ਕ੍ਰੇਵਿੰਗ ਖਤਮ ਹੋ ਰਹੀ ਹੈ। ਔਰ ਜੇ ਅਸੀਂ ਇਹ ਗੱਲ ਕਰੀਏ ਕਿ ਜਦੋਂ ਵਿਅਕਤੀ ਕੋਈ ਨਸ਼ਾ ਕਰਦਾ, ਸਿਰਫ
ਨਸ਼ੇ ਤੱਕ ਸੀਮਿਤ ਨਹੀਂ ਹੈ ਉਹਦੀ ਲਾਈਫ, ਉਹਦੇ ਨਾਲ ਹੋਰ ਬੜੀਆਂ ਸਾਰੀਆਂ ਚੀਜ਼ਾਂ ਜੁੜ ਜਾਂਦੀਆਂ, ਉਹਦੇ ਫਾਈਨੈਂਸਿਸ ਵੀ ਜੁੜੇ ਹੋਏ ਹੈ, ਉਹਦੇ ਕ੍ਰਿਮੀਨਲ ਐਕਟੀਵਿਟੀਜ਼ ਵੀ ਜੁੜੀਆਂ ਹੋਈਆਂ, ਉਹਦੇ ਇਲੀਗਲ ਪ੍ਰੋਗਰਾਮ ਜਿਹੜੀਆਂ ਚੀਜ਼ਾਂ ਉਹ ਵੀ ਜੁੜੀਆਂ ਹੋਈਆਂ, ਉਹਦੀ ਪੈਡਲਿੰਗ ਵੀ ਜੁੜੀ ਹੋਈ ਹੈ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਇਸ ਤਰ੍ਹਾਂ ਨਾਲ ਵੇ ਕਰਕੇ ਦੇਖਾਂਗੇ ਤਾਂ ਜੇ ਅਸੀਂ ਕਹੀਏ ਕਿ ਇਹ ਜਿਹੜੀਆਂ ਮੈਡੀਸਿਨਸ ਅਸੀਂ ਦੇ ਰਹੇ ਹਾਂ, ਓਪੀਆਇਡ ਅਸਿਸਟਡ ਟਰੀਟਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦੇ ਵਿੱਚ ਕਿ ਬਿਊਪਰਨੋਰਫੀਨ ਜਾਂ ਮੈਥਾਡੋਨ ਦਿੱਤੀ ਜਾਂਦੀ ਹੈ, ਉਹ ਬਹੁਤ ਜ਼ਿਆਦਾ ਫਾਇਦੇਮੰਦ ਹੈ। ਡਾਕਟਰ ਸਾਹਿਬ ਜਿੱਥੇ ਕਿ ਵਿਅਕਤੀ ਜੀ ਜੀ ਡਾਕਟਰ ਸਾਹਿਬ ਲਾਸਟ ਵਿੱਚ ਉਹ ਬਦਕਿਸਮਤ ਧੀਆਂ ਜਿਹੜੀਆਂ ਇਸ ਦਲਦਲ 'ਚ ਫਸ ਗਈਆਂ, ਉਹਨਾਂ ਦੇ ਨਾਂ ਕੋਈ ਤੁਹਾਡਾ ਕੋਈ ਸੁਨੇਹਾ? ਜੀ ਮੈਂ ਸਾਰੀਆਂ ਆਪਣੀਆਂ ਭੈਣਾਂ ਨੂੰ, ਆਪਣੇ ਛੋਟੀਆਂ ਬੱਚੀਆਂ ਨੂੰ, ਜੋ ਵੀ ਇਸ ਚੀਜ਼, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਪਰਮਾਤਮਾ ਕਰੇ ਕਿ ਤੁਸੀਂ ਇਸ ਪਾਸੇ ਵੱਲ ਨੂੰ ਨਾ ਜਾਓ ਔਰ ਇਸ ਪਾਸੇ ਤੋਂ ਬਚੇ ਰਹੋ। ਬਦਕਿਸਮਤੀ ਨਾਲ ਕੋਈ ਵੀ ਵਿਅਕਤੀ, ਕੋਈ ਵੀ ਬੱਚੀ, ਕੋਈ ਵੀ ਬੱਚਾ ਇਸ ਚੀਜ਼ ਦੇ ਵਿੱਚ ਲੱਗ ਗਿਆ ਹੋਇਆ ਤਾਂ ਉਹਨੂੰ ਬਹੁਤ ਜ਼ਰੂਰੀ ਹੈ ਕਿ ਜਲਦੀ ਤੋਂ ਜਲਦੀ ਜਿੰਨਾ ਹੋ ਸਕੇ, ਔਰ ਮਾਂ-ਬਾਪ ਨੂੰ ਵੀ, ਔਰ ਸੁਸਾਇਟੀ ਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਕਿ ਪੂਰਾ ਸਮਾਜ ਜਿਹੜਾ ਹੈ ਜੁੜ ਕੇ ਨਾਲ ਤੇ ਇਹਦੇ ਤੇ ਕੰਮ ਕਰੇ ਕਿ ਇਸ ਤਰ੍ਹਾਂ ਦੀਆਂ ਲੜਕੀਆਂ ਨੂੰ, ਇਸ ਤਰ੍ਹਾਂ ਦੀਆਂ ਬੱਚੀਆਂ ਨੂੰ, ਬਜਾਏ ਇਸ ਤੇ ਕਿ ਉਹਨਾਂ ਦੀਆਂ ਅਸੀਂ ਜਦੋਂ ਵੀਡੀਓਜ਼ ਦੇਖਦੇ ਹਾਂ ਤਾਂ ਉਹਦੇ ਤੇ ਕਮੈਂਟਸ ਕਰਨ ਦੀ ਬਜਾਏ ਉਹਨਾਂ ਨੂੰ ਹੈਲਪ ਕਰੀਏ, ਉਹਨਾਂ ਦੀ ਮਦਦ ਕਰੀਏ ਤੇ ਕਿ ਉਹ ਆਪ ਆਸਾਨੀ ਨਾਲ, ਬੜੇ ਤਰੀਕੇ ਨਾਲ, ਵਧੀਆ ਤਰੀਕੇ ਨਾਲ, ਇੱਜ਼ਤ ਨਾਲ ਆਪਣਾ ਨਸ਼ਾ ਜਿਹੜਾ ਉਹ ਛੱਡ ਸਕਣ। ਉਹਦੇ ਵਾਸਤੇ ਜਿੱਥੇ ਜਿੱਥੇ ਸਰਵਿਸਿਜ਼ ਅਵੇਲੇਬਲ ਹੈ ਉੱਥੇ ਲੈ ਕੇ ਜਾਇਆ ਜਾਏ। ਹਰ ਸਰਕਾਰੀ ਹਸਪੀਟਲ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ, ਹਰ ਸਬ ਡਿਵੀਜ਼ਨ ਦੇ ਵਿੱਚ ਨਸ਼ਾ ਛੁਡਾਉਣ ਵਾਸਤੇ ਸਰਵਿਸਿਜ਼ ਅਵੇਲੇਬਲ ਹੈ। ਜੇ ਦਾਖਲ ਹੋਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਆਪਣੇ ਸ਼ਹਿਰ ਵਿੱਚ, ਆਪਣੇ ਡਿਸਟ੍ਰਿਕਟ ਦੇ ਵਿੱਚ ਤੁਸੀਂ ਦਾਖਲ ਹੋਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਗੱਲ ਹੈ। ਨਹੀਂ ਤੁਹਾਨੂੰ ਲੱਗਦਾ ਕਿ ਅਸੀਂ ਅਲੱਗ ਜਗ੍ਹਾ ਤੇ ਜਾ ਕੇ ਦਾਖਲ ਕਰਾਉਣਾ, ਤਾਂ ਕਪੂਰਥਲਾ ਦੇ ਸਿਵਲ ਹਸਪੀਟਲ ਦੇ ਵਿੱਚ ਅਸੀਂ ਕੁੜੀਆਂ ਦਾ ਨਸ਼ਾ ਛੁਡਾਊ ਕੇਂਦਰ ਅਲੱਗ ਇੱਕ ਚੱਲ ਰਿਹਾ, ਤੁਸੀਂ ਉੱਥੇ ਲੈ ਕੇ ਆ ਸਕਦੇ ਹੋ। ਔਰ ਇਸ ਚੀਜ਼ ਨੂੰ ਜਿੰਨਾ ਜ਼ਿਆਦਾ ਅਸੀਂ ਪ੍ਰਚਾਰ ਪ੍ਰਸਾਰ ਕਰ ਲਵਾਂਗੇ, ਉਨਾ ਹੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਜਿਹੜੀ ਉਸ ਲਈ ਫਾਇਦਾ ਹੋਏਗਾ, ਔਰ ਤਦੇ ਹੀ ਅਸੀਂ ਜਿਹੜਾ ਹੈ ਪ੍ਰੋਗਰੈਸ ਵਾਲੇ ਪਾਸੇ ਜਾ ਸਕਾਂਗੇ। ਡਾਕਟਰ ਸਾਹਿਬ, ਕਿਉਂਕਿ ਮਾਮਲਾ ਬੜਾ ਸੈਂਸਿਟਿਵ ਆ, ਬੜਾ ਨਾਜ਼ੁਕ ਜਿਹਾ ਮਾਮਲਾ ਆ, ਸਰਕਾਰਾਂ ਚਾਹੇ ਫਿਕਰਮੰਦ ਹੋਣ ਚਾਹੇ ਨਾ, ਪਰ ਸਮਾਜ, ਇੱਕ ਜਿਹੜੇ ਜਾਗਰੂਕ ਲੋਕ ਆ ਉਹ ਬਹੁਤ ਚਿੰਤਤ ਆ। ਬੜੇ ਸਾਰੇ ਸਵਾਲ ਆ ਮਨ ਵਿੱਚ ਹਾਲੇ ਵੀ, ਪਰ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਤੁਹਾਨੂੰ ਕਿਸੇ ਦਿਨ ਫਿਰ ਅਸੀਂ ਕਸ਼ਟ ਦੇਵਾਂਗੇ, ਤੁਹਾਨੂੰ ਫਿਰ ਮੁੜ ਕੇ ਤੁਹਾਡੇ ਨਾਲ ਕਿਸੇ ਦਿਨ ਜੁੜਾਂਗੇ। ਹੁਣ ਡਾਕਟਰ ਸਾਹਿਬ ਤੁਸੀਂ ਦਿਓ ਇਜਾਜ਼ਤ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਜੀ ਧੰਨਵਾਦ ਜੀ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਪਿਆਰੇ ਦਰਸ਼ਕੋ, ਚਿੰਤਾ ਦਾ ਵਿਸ਼ਾ, ਫਿਕਰਮੰਦੀ ਆ ਕਿ ਸਾਡੀਆਂ ਧੀਆਂ ਨਸ਼ੇ ਦੀ ਦਲਦਲ 'ਚ ਫਸਦੀਆਂ ਜਾ ਰਹੀਆਂ। ਕਸੂਰ ਸਰਕਾਰਾਂ ਦਾ ਵੀ, ਸਮਾਜ ਦਾ ਵੀ, ਮਾਪਿਆਂ ਦਾ ਵੀ, ਤੇ ਉਹਨਾਂ ਸਭ ਤੋਂ ਵੱਧ ਉਹਨਾਂ ਬਦਕਿਸਮਤ ਬੱਚੀਆਂ ਦਾ ਜਿਹੜੀਆਂ ਇਸ ਕੁਰਾਹੇ ਪੈ ਗਈਆਂ। ਪਰ ਡਾਕਟਰ ਸਾਹਿਬ ਦੇ ਦੱਸਣ ਅਨੁਸਾਰ ਇਹ ਹੈ ਕਿ ਜੇ ਉਹਨਾਂ ਧੀਆਂ ਤੱਕ ਸਰਕਾਰਾਂ ਪਹੁੰਚ ਕਰਨ, ਉਹਨਾਂ ਨੂੰ ਲੈ ਕੇ ਹਸਪਤਾਲਾਂ ਵਿੱਚ ਆਉਣ, ਉਹਨਾਂ ਦਾ ਸਮੇਂ ਸਿਰ ਜਿਹੜਾ ਆ ਉਹ ਇਲਾਜ ਕਰਤਾ ਜਾਵੇ, ਤੇ ਇਹ ਇੱਕ ਸਪਸ਼ਟ ਕਰਤਾ ਜਾਵੇ ਕਿ ਸੋਸ਼ਲ ਸਟਿਗਮਾ ਨਹੀਂ ਹੈ, ਇਹ ਦੂਜੀ ਬਿਮਾਰੀਆਂ ਦੀ ਤਰ੍ਹਾਂ ਬਿਮਾਰੀ ਆ, ਤਦ ਇਸ ਜਿਹੜੀ ਇੱਕ ਗੰਭੀਰ ਜਿਹੜੀ ਸਮੱਸਿਆ ਪੰਜਾਬ ਦੇ ਮੂਹਰੇ ਖੜੀ ਆ, ਉਹਦਾ ਹੱਲ ਜਿਹੜਾ ਆ ਉਹ ਹੋ ਸਕਦਾ। ਅਸੀਂ ਆਸ ਕਰਦੇ ਹਾਂ ਕਿ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਸਿੱਧੇ ਰਸਤੇ ਪੈ ਜਾਏਗਾ। ਸਰਕਾਰਾਂ ਆਪਣੀ ਜਿਹੜੀ ਜ਼ਿੰਮੇਵਾਰੀਆਂ ਉਹ ਜ਼ਰੂਰ ਨਿਭਾਉਣਗੀਆਂ। ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਗੁਟਕੇ ਤੇ ਸਹੁੰ ਹੱਥ ਰੱਖ ਕੇ ਖਾਧੀ ਜਿਹੜੀ ਸਹੁੰ ਸੀਗੀ ਉਹ ਵਿਅਰਥ ਤਾਂ ਚਲੇ ਗਈ, ਪਰ ਜਿਹੜਾ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਨਸ਼ੇ ਖਤਮ ਕਰਨ ਦਾ, ਉਮੀਦ ਕਰਦੇ ਹਾਂ ਉਹ ਜਿਹੜਾ ਆ ਆਪਣੇ ਵਾਅਦੇ ਤੇ ਪੂਰ ਚੜ੍ਹਨਗੇ। ਇਸੇ ਆਸ ਨਾਲ ਮੈਂ ਤੁਹਾਡੇ ਤੋਂ ਲੈਂਦਾ ਇਜਾਜ਼ਤ। ਤੁਸੀਂ ਦਿਓ ਮੈਨੂੰ ਆਗਿਆ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।